ਸਗੋਂ ਉਹਨਾਂ ਦੁੱਖ ਦੇਣ ਵਾਲੇ ਕਰਮਾਂ ਤੋਂ ਸਿੱਖਿਆ ਲੈ ਕਿ ਠੀਕ ਹੈ, ਪਿੱਛੇ ਜੋ ਸਮਾਂ ਬੀਤ ਗਿਆ ਉਹਨੂੰ ਤਾਂ ਮੈਂ ਸੁਧਾਰ ਨਹੀਂ ਸਕਦਾ। ਹੁਣ ਪ੍ਰਮਾਤਮਾ ਨੇ ਮੈਨੂੰ ਕਰਮ ਕਰਨ ਵਾਸਤੇ ਸਰੀਰ ਦਿੱਤਾ। ਇਸ ਸਰੀਰ ਦੇ ਨਾਲ ਮੈਂ ਚੰਗੇ ਕਰਮ ਕਰਾਂ ਤਾਂ ਜੋ ਅਗਲੇ ਜਨਮ ਵਿੱਚ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ ਔਰ ਮੈਂ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰ ਲਵਾਂ। ਕਿਉਂਕਿ ਕੁਦਰਤ ਦਾ ਇੱਕ ਨੇਮ ਹੈ, ਹਰ ਰੋਜ਼ ਆਪਾਂ ਪੜ੍ਹਦੇ ਹਾਂ ਧਰਤੀ ਵਿੱਚ ਜਿਵੇਂ ਕੋਈ ਮਨੁੱਖ ਜਿਹੋ ਜਿਹਾ ਬੀਜ ਬੀਜਦਾ ਉਹਦਾ ਫਲ ਉਸ ਨੂੰ ਹੀ ਖਾਣਾ ਪੈਂਦਾ, ਵੱਢਣਾ ਪੈਂਦਾ। ਜੇ ਕੋਈ ਮਨੁੱਖ ਅੰਗੂਰਾਂ ਦੀਆਂ ਬੇਲਾਂ ਲਾਉਂਦਾ ਔਰ ਅੰਬਾਂ ਦੇ ਦਰਖਤ ਲਾਉਂਦਾ, ਸਮਾਂ ਪਾ ਕੇ ਉਹਨੂੰ ਅੰਬ ਮਿਲਦੇ ਆ, ਸੋਹਣੀਆਂ ਦਾਖਾਂ ਅੰਗੂਰ ਮਿਲਦੇ ਆ। ਪਰ ਜੇ ਕੋਈ ਕਿੱਕਰਾਂ ਦੇ ਬੀਜ ਦੇਵੇ, ਬੇਰੀਆਂ ਲਾ ਦੇਵੇ, ਉਹਦੇ ਵਿੱਚੋਂ ਕੰਡੇ ਮਿਲਦੇ ਆ ਔਰ ਉਦੋਂ ਕੌੜੀਆਂ ਫਲੀਆਂ ਮਿਲਦੀਆਂ। ਇਸੇ ਕਰਕੇ ਹੀ ਬਾਬਾ ਫਰੀਦ ਜੀ ਨੇ ਗੁਰਬਾਣੀ ਅੰਦਰ ਪ੍ਰਮਾਣ ਕੀਤਾ, ਫਰੀਦਾ ਲੋੜੇ ਦਾਖ ਬਜੌਰੀਆਂ। ਆਪਾਂ ਕਰਮ ਤੇ ਬੀਜਦੇ ਕਿੱਕਰਾਂ ਦੇ, ਪਰ ਫਲ ਚਾਹੁੰਦੇ ਹਾਂ ਅੰਗੂਰਾਂ ਦਾ। ਮਨੁੱਖ ਕਰਮ ਕਰਦਾ ਮਾੜੇ, ਪਰ ਚਾਹੁੰਦਾ ਇਹ ਆ ਕਿ ਮੈਨੂੰ ਸੁੱਖ ਪ੍ਰਾਪਤ ਹੋਵੇ। ਬਾਬਾ ਫਰੀਦ ਜੀ ਕਹਿੰਦੇ ਐਸਾ ਨਹੀਂ ਹੋ ਸਕਦਾ, ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਹੀ ਫਲ ਪ੍ਰਾਪਤ ਹੋਣਾ। ਉਦਾਹਰਣ ਦਿੱਤੀ ਆ ਜ਼ਿਮੀਦਾਰ ਦੀ, ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ ਪੈਦਾ ਲੋੜੇ ਪਰ। ਜੋ ਉੱਨ ਕੱਤਦਾ ਆਸ ਇਹ ਰੱਖੇ ਇਸ ਤੋਂ ਮੈਨੂੰ ਸੋਹਣਾ ਨਰਮ ਰੇਸ਼ਮ ਦਾ ਕੱਪੜਾ ਪ੍ਰਾਪਤ ਹੋਵੇ, ਕਦਾਚਿਤ ਨਹੀਂ ਹੋ ਸਕਦਾ। ਤਾਂ ਤੇ ਸਤਿਗੁਰੂ ਕਹਿੰਦੇ ਜਿਹੋ ਜਿਹੇ ਮਨੁੱਖ ਕਰਮ ਕਰਦਾ ਉਹਦਾ ਫਲ ਮਨੁੱਖ ਨੂੰ ਦੁੱਖ ਜਾਂ ਸੁੱਖ ਦੇ ਰੂਪ ਵਿੱਚ ਆਪ ਹੀ ਭੁਗਤਣਾ ਪੈਂਦਾ। ਤੇ ਗੁਰਦੇਵ ਸਤਿਗੁਰੂ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਹਿੰਦੇ ਕਿਸੇ ਨੂੰ ਦੋਸ਼ ਦੇਣਾ ਇਹ ਯੋਗ ਨਹੀਂ। ਜਿਹੋ ਜਿਹੇ ਮਨੁੱਖ ਨੇ ਕਰਮ ਕੀਤੇ ਆ, ਚਾਹੇ ਕੋਈ ਆਂਢੀ ਆ, ਚਾਹੇ ਕੋਈ ਗੁਆਂਢੀ ਆ, ਚਾਹੇ ਆਪਾਂ ਉਹਨਾਂ ਵਿੱਚ ਆ ਜਾਂਦੇ ਆ, ਜਿਹੋ ਜਿਹੇ ਆਪਾਂ ਨੇ ਕਰਮ ਕੀਤੇ ਆ ਤਿਹੋ ਜਿਹਾ ਹੀ ਸਾਨੂੰ ਉਹਦਾ ਦੁੱਖ ਜਾਂ ਸੁੱਖ ਦੇ ਰੂਪ ਵਿੱਚ ਫਲ ਪ੍ਰਾਪਤ ਹੋ ਰਿਹਾ। ਜੇ ਚੰਗੇ ਸ਼ੁਭ ਕਰਮ ਕੀਤੇ ਆ, ਸਤਸੰਗਤ ਕੀਤੀ ਆ, ਪਰਉਪਕਾਰ ਕੀਤਾ, ਕਿਸੇ ਦਾ ਭਲਾ ਕੀਤਾ, ਉਹਦਾ ਸੁੱਖ ਪ੍ਰਾਪਤ ਹੋ ਰਿਹਾ। ਜੇ ਆਪਾਂ ਕਿਸੇ ਦੇ ਨਾਲ ਵੈਰ ਕੀਤਾ, ਕਿਸੇ ਨੂੰ ਦੁੱਖ ਦਿੱਤਾ, ਕਿਸੇ ਦੇ ਮਨ ਨੂੰ ਠੇਸ ਪਹੁੰਚਾਈ ਹੈ, ਤੇ ਉਹਦਾ ਤੈਨੂੰ ਵੀ ਠੇਸ ਪਹੁੰਚਾਏਗਾ ਕੋਈ ਨਾ ਕੋਈ ਅਗਲੇ ਜਨਮ ਵਿੱਚ। ਇਸ ਕਰਕੇ ਤੈਨੂੰ ਉਹ ਫਲ ਦੁਖਦਾਈ ਹੋ ਕਰਕੇ ਪ੍ਰਾਪਤ ਹੋਣਗੇ। ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੀ ਆਪਾਂ ਨੂੰ ਪ੍ਰੇਰਨਾ ਦੇ ਰਹੇ ਆ। ਇੱਕ ਇੱਕ ਪੰਕਤੀ ਦੁਆਰਾ ਆਪਾਂ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਸਰਵਣ ਕਰਕੇ ਉਸ ਨੂੰ ਬਾਚਣ ਦਾ ਯਤਨ ਕਰੀਏ ਤੇ ਨਾਲ ਨਾਲ ਆਪਣੇ ਮਨ ਅੰਦਰ ਝਾਤੀ ਮਾਰੀ ਜਾਈਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਮਹੀਨੇ ਦਾ ਨਾਮ ਹੈ ਤੇ ਸਤਿਗੁਰੂ ਕਹਿੰਦੇ ਕੱਤਕ ਦੇ ਮਹੀਨੇ ਦਾ ਉਪਦੇਸ਼ ਇਹੀ ਹੈ ਕਿ ਜੋ ਦੁੱਖ ਜਾਂ ਸੁੱਖ ਜੀਵਨ ਵਿੱਚ ਇਹ ਪ੍ਰਾਣੀ ਤੈਨੂੰ ਪ੍ਰਾਪਤ ਹੋ ਰਿਹਾ ਹੈ, ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ। ਇਹਦੇ ਵਾਸਤੇ ਕਿਸੇ ਨੂੰ ਦੋਸ਼ੀ ਨਾ ਠਹਿਰਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਆਪਾਂ ਦੇਖਦੇ ਹਾਂ ਕਿਸੇ ਨੂੰ ਕੋਈ ਛੋਟਾ ਰੋਗ ਲੱਗਦਾ, ਕਿਸੇ ਨੂੰ ਕੋਈ ਵੱਡਾ ਦੀਰਘ ਰੋਗ ਲੱਗ ਜਾਂਦਾ ਇਹ, ਔਰ ਕਿਸੇ ਨੂੰ ਚਿੰਤਾ ਦਾ ਰੋਗ ਲੱਗ ਜਾਂਦਾ। ਉਂਝ ਤਾਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਫਰਮਾਨ ਕੀਤਾ ਕਿ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋ ਸੰਸਾਰ ਦੇ ਵਿੱਚ ਮਨੁੱਖ ਦਿਖ ਰਿਹਾ, ਕੋਈ ਚਿੰਤਾ ਵਿੱਚ ਗਰਸਿਆ ਹੋਇਆ, ਕੋਈ ਤਨ ਕਰਕੇ ਦੁਖੀ ਆ, ਕੋਈ ਮਨ ਕਰਕੇ ਪਰੇਸ਼ਾਨ ਹੈ। ਔਰ ਬੜੇ ਅਦੀਬ ਕਿਸੇ ਨੇ ਲਿਖਣਾ ਕੀਤਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਜੋ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰਦਾ, ਪ੍ਰਮਾਤਮਾ ਦਾ ਦਾਸ ਬਣ ਜਾਂਦਾ, ਪ੍ਰਮਾਤਮਾ ਦਾ ਸੇਵਕ ਬਣ ਜਾਂਦਾ,
ਉਹ ਤੋਂ ਸਿਵਾ ਸਾਰਾ ਸੰਸਾਰ ਦੁਖੀ ਹੈ। ਜਿਵੇਂ ਬਾਬਾ ਫਰੀਦ ਜੀ ਨੇ ਵੀ ਫਰਮਾਨ ਕੀਤਾ, ਉਹ ਕਹਿੰਦੇ ਮੈਂ ਸਮਝਦਾ ਸਾਂ ਕਿ ਮੈਂ ਹੀ ਦੁਖੀ ਹਾਂ, ਪਰ ਜਦੋਂ ਮੈਂ ਥੋੜ੍ਹਾ ਜਿਹਾ ਦੀਰਘ ਵਿਚਾਰ ਦੇ ਨਾਲ ਲੰਬੀ ਨਜ਼ਰ ਮਾਰੀ, ਲੋਕਾਂ ਨੂੰ ਪੁੱਛਿਆ, ਲੋਕਾਂ ਵਿੱਚ ਵਿਚਰਿਆ, ਕਹਿੰਦੇ ਸਾਰਿਆਂ ਦੇ ਘਰਾਂ ਵਿੱਚ ਇਹ ਦੁੱਖ ਦੀ ਰਗ ਜਿਹੜੀ ਹੈ ਉਹ ਸੁਲਗ ਰਹੀ ਹੈ। ਕੋਈ ਦੱਸ ਦਿੰਦਾ ਹੈ, ਕੋਈ ਨਹੀਂ ਦੱਸਦਾ। ਔਰ ਬੜਾ ਸੁੰਦਰ ਫਰਮਾਨ ਉਹਨਾਂ ਨੇ ਕੀਤਾ, ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਬੜਾ ਅਰਥ ਜਿਹੜਾ ਬੜਾ ਸਰਲ ਜਿਹਾ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸਮਝਦਾ ਕਿ ਮੈਂ ਹੀ ਦੁਖੀ ਹਾਂ, ਪਰ ਦੁੱਖ ਸਵਾਇਆ ਜਗ, ਸਾਰਾ ਸੰਸਾਰ ਹੀ ਦੁਖੀ ਹੈ। ਇਹ ਪਤਾ ਕਦੋਂ ਲੱਗਾ? ਕਹਿੰਦੇ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਇਹ ਦੁੱਖ ਦੀ ਅੱਗ ਹਰ ਮਨੁੱਖ ਨੂੰ ਪਰੇਸ਼ਾਨ ਕਰ ਰਹੀ ਹੈ ਔਰ ਹਰ ਮਨੁੱਖ ਨੂੰ ਸਤਾ ਰਹੀ ਹੈ ਔਰ ਹਰ ਪ੍ਰਕਾਰ ਦੇ ਨਾਲ ਪਰੇਸ਼ਾਨ ਕਰਕੇ ਦੁੱਖ ਦੇ ਰਹੀ ਹੈ। ਸਤਿਗੁਰੂ ਗਰੀਬ ਨਵਾਜ ਕਹਿੰਦੇ ਇਹਦਾ ਕਾਰਨ ਕੀ ਹੈ? ਦੁੱਖਾਂ ਦਾ ਕਾਰਨ ਕੀ ਹੈ? ਇੱਥੇ ਵੀ ਗੁਰਦੇਵ ਜੀ ਨੇ ਫਰਮਾਨ ਕੀਤਾ, ਜੋ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਉਹਦੇ ਅੰਦਰ ਹੰਕਾਰ ਆ ਜਾਂਦਾ। ਜਦੋਂ ਮਨ ਵਿੱਚ ਹੰਕਾਰ ਆ ਜਾਂਦਾ ਫਿਰ ਉਹ ਬਾਕੀ ਜਿੰਨੇ ਵੀ ਇਹ ਲੋਕ ਆ ਉਹਨਾਂ ਨੂੰ ਕੀੜੀਆਂ ਕਾਢੇ ਸਮਝਦਾ, ਜਿਹਦੇ ਕੋਲ ਤਾਕਤ ਆ ਜਾਂਦੀ ਹੈ। ਔਰ ਫਿਰ ਉਹ ਹੰਕਾਰ ਦੇ ਵਿੱਚ ਕਿਸੇ ਨੂੰ ਤੰਗ ਕਰਨ ਲੱਗਿਆ ਫਿਰ ਗੁਰੇਜ਼ ਨਹੀਂ ਕਰਦਾ। ਜਿੰਨੀ ਉਹਦੀ ਬਾਹ ਚੱਲਦੀ ਹੁੰਦੀ ਹੈ ਉਹਨਾਂ ਉਹ ਆਪਣਾ ਅਗਲੇ 'ਤੇ ਪਾਣੀ ਚੜਾਉਂਦਾ। ਠੀਕ ਹੈ, ਉਹ ਬੇਬਸ ਹੁੰਦਾ, ਪਰ ਅੰਦਰੋਂ ਉਹਦੇ ਬਦ ਦੁਆ ਨਿਕਲਦੀ ਹੈ, ਜਿਹੜੀ ਇੱਕ ਕਰਮ ਦੇ ਰੂਪ ਵਿੱਚ ਸਾਨੂੰ ਅਗਲੇ ਜਨਮ ਵਿੱਚ ਦੁੱਖ ਦਿੰਦੀ ਹੈ। ਤਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਫਰਮਾਨ ਕੀਤਾ, ਕਹਿੰਦੇ ਦਿਨ ਰਾਤ ਮਨੁੱਖ ਦੀ ਆਤਮਾ ਤਪਦੀ ਹੈ, ਖਪਦੀ ਹੈ, ਪਰੇਸ਼ਾਨ ਹੁੰਦੀ ਹੈ, ਥੋੜ੍ਹਾ ਚਿਰ ਨਹੀਂ ਔਰ ਦਿਨ ਰਾਤ। ਔਰ ਉਹਦਾ ਕਾਰਨ ਕੀ ਹੈ? ਗੁਰੂ ਕੀ ਬਾਣੀ, ਪ੍ਰਮਾਤਮਾ ਦਾ ਨਾਮ ਜੀਵ ਨੇ ਭੁਲਾ ਦਿੱਤਾ। ਸਾਹਿਬਾਂ ਦਾ ਬਚਨ ਹੈ ਧਨਾਸਰੀ ਰਾਗ ਦੇ ਵਿੱਚ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਇਹ ਖਪਣ ਦਾ ਤੇ ਤਪਣ ਦਾ ਤੇ ਦੁਖੀ ਹੋਣ ਦਾ ਕਾਰਨ ਕੀ ਹੈ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਕੋੜ੍ਹ ਦੇ ਰੋਗੀ ਨੂੰ ਕਹਿੰਦੇ ਆ। ਹਰ ਵੇਲੇ ਸੜੀ ਜਾਂਦਾ, ਦਰਦ ਦੇ ਨਾਲ ਕਰਾਉਂਦਾ ਹੈ ਔਰ ਕੋਈ ਉਹਦੇ ਨੇੜੇ ਨਹੀਂ ਜਾਂਦਾ। ਸਤਿਗੁਰੂ ਗਰੀਬ ਨਵਾਜ ਇੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਰੂਪ ਵਿੱਚ ਫਰਮਾਨ ਕਰਦੇ ਆ ਕਿ ਜਿੰਨੇ ਵੀ ਸੰਸਾਰ ਦੇ ਤਨ ਦੇ ਦੁੱਖ ਹੈ, ਮਨ ਦੀਆਂ ਪਰੇਸ਼ਾਨੀਆਂ, ਇਹ ਪਰਮੇਸ਼ਰ 'ਤੇ ਭੁੱਲਿਆ, ਪਰਮਾਤਮਾ ਨੂੰ ਜੀਵ ਨੇ ਭੁਲਾ ਦਿੱਤਾ। ਵਿਆਪਨ ਸਭੇ ਰੋਗ, ਇੱਥੇ ਸਭੇ ਸ਼ਬਦ ਵਰਤਣਾ ਕੀਤਾ। ਸਭ ਦਾ ਭਾਵ ਸਰੀਰ ਦੇ ਦੁੱਖ ਵੀ ਆ, ਮਾਨਸਿਕ ਦੁੱਖ, ਆਤਮਕ ਰੋਗ ਜਿਹੜੇ ਆ ਉਹ ਵੀ ਮਨੁੱਖ ਨੂੰ ਆ ਕੇ ਚਿੰਬੜ ਜਾਂਦੇ ਆ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜੋ ਪ੍ਰਮਾਤਮਾ ਤੋਂ ਤੇ ਗੁਰੂ ਤੋਂ ਬੇਮੁਖ ਹੋ ਜਾਂਦਾ, ਵਿਜੋਗ ਦਾ ਭਾਵ ਹੁੰਦਾ ਵਿਛੋੜਾ, ਉਹਦਾ ਫਿਰ ਜਨਮਾਂ ਜਨਮਾਂਤਰਾਂ ਦਾ ਆਪਣੇ ਮੂਲ ਤੋਂ, ਆਪਣੇ ਪ੍ਰਮਾਤਮਾ ਤੋਂ, ਆਪਣੇ ਗੁਰੂ ਤੋਂ ਵਿਛੋੜਾ ਪੈ ਜਾਂਦਾ। ਆਵਾਗਾਉਣ ਦਾ ਚੱਕਰ ਕਿਉਂ ਭੋਗਦੇ ਆ? ਸਾਡਾ ਪ੍ਰਮਾਤਮਾ ਤੋਂ ਵਿਛੋੜਾ ਕਿਉਂ ਪਿਆ? ਅਸੀਂ ਪ੍ਰਮਾਤਮਾ ਤੋਂ ਤੇ ਗੁਰੂ ਤੋਂ ਬੇਮੁਖ ਹੋ ਗਏ ਆ। ਔਰ ਇਹ ਕਹਿਣ ਮਾਤਰ ਨਹੀਂ, ਇਤਿਹਾਸ ਵੀ ਗਵਾਹ ਆ। ਧੰਨ ਗੁਰਦੇਵ ਗੁਰੂ ਨਾਨਕ ਦੇਵ ਜੀ ਮਹਾਰਾਜ ਹਮਜ਼ਾ ਗੌਸ ਦੇ ਕੋਲ ਗਏ ਤੇ ਉੱਥੇ ਜਾ ਕੇ ਪਾਕਪਟਨ ਵਿੱਚ ਉਹਦਾ ਸ਼ਿਲਾ ਤੋੜਿਆ, ਕਿਉਂਕਿ ਉਹ ਲੋਕਾਂ ਦੇ ਉੱਤੇ ਕਰੋਪ ਵੀ ਕਰ ਰਿਹਾ ਸੀ ਕਿ ਮੈਂ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ। ਜਦੋਂ ਸ਼ਿਲਾ ਟੁੱਟਿਆ, ਹਮਜ਼ਾ ਗੌਸ ਨੂੰ ਪੁੱਛਿਆ, ਕਿਉਂ ਤੂੰ ਲੋਕਾਂ ਨੂੰ ਤੰਗ ਕਰਨ ਵਾਸਤੇ ਪਰਮਾਤਮਾ ਦੀ ਆਰਾਧਨਾ ਕਰਨੀ ਸੀ, ਲੋਕਾਂ ਨੂੰ ਸੁੱਖ ਦੇਣ ਵਾਸਤੇ, ਪਰ ਤੂੰ ਉਲਟਾ ਕੰਮ ਫੜ ਲਿਆ। ਕਹਿੰਦਾ ਇਹ ਸਾਰੇ ਜਿਹੜੇ ਆ ਇਹ ਬਹੁਤ ਲੋਕ ਜਿੰਨੇ ਵੀ ਆ ਬੜੇ ਪਾਪੀ ਲੋਕ ਇੱਥੇ ਵਸਦੇ ਆ ਔਰ ਇਹਨਾਂ ਨੂੰ ਗਰਕ ਕਰਨਾ ਹੀ ਇੱਕੋ ਇੱਕ ਸਾਧਨ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਐਸਾ ਨਹੀਂ ਹੋ ਸਕਦਾ। ਸਾਰੀਆਂ ਜਿਵੇਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਨਾ ਸਾਰੇ ਕਿਸੇ ਸ਼ਹਿਰ ਵਿੱਚ ਚੰਗੇ ਹੁੰਦੇ ਆ, ਨਾ ਮਾੜੇ ਹੁੰਦੇ ਆ, ਕੋਈ ਨਾ ਕੋਈ ਚੰਗਾ ਬੰਦਾ ਵੀ ਹੁੰਦਾ।
ਕਹਿੰਦਾ ਦੱਸੋ ਮੈਨੂੰ। ਗੁਰੂ ਨਾਨਕ ਪਾਤਸ਼ਾਹ ਜੀ ਨੇ 2 ਟਕੇ ਮਰਦਾਨੇ ਨੂੰ ਦਿੱਤੇ। ਕਹਿਣ ਲੱਗੇ ਆ ਮਰਦਾਨੇ, ਗੁਰਦੇਵ ਜੀ ਕਹਿਣ ਲੱਗੇ ਮਰਦਾਨਿਆ ਆ 2 ਟਕੇ ਲੈ ਆ ਔਰ ਜਾ ਕੇ ਬਾਜ਼ਾਰ ਦੇ ਵਿੱਚੋਂ 1 ਟਕੇ ਦਾ ਝੂਠ 1 ਟਕੇ ਦਾ ਸੱਚ ਖਰੀਦ ਕੇ ਲਿਆਉਣਾ ਕਰ। ਮਰਦਾਨੇ ਨੇ ਸੱਚ ਵਚਨ ਕੀਆ ਔਰ ਕਹਿਣ ਤੋਂ ਉਪਰੰਤ 2 ਟਕੇ ਲੈ ਕੇ ਔਰ ਇੱਕ ਦੁਕਾਨ ਦੇ ਉੱਤੇ ਗਿਆ। ਕੋਈ ਹਾਸੀ ਕਰਦਾ, ਕੋਈ ਮਖੌਲ ਕਰਦਾ, ਕੋਈ ਕਹਿੰਦਾ ਤੇਰਾ ਦਿਮਾਗ ਟਿਕਾਣੇ ਆ, ਸੱਚ ਤੇ ਝੂਠ ਕੋਈ ਦੁਕਾਨਾਂ ਉੱਤੇ ਥੋੜ੍ਹਾ ਵਿਕਦਾ ਹੈ। ਅਖੀਰ 5-10 ਦੁਕਾਨਾਂ ਕੋ ਭਰਮਣ ਤੋਂ ਬਾਅਦ ਮੂਲਾ ਕਰਾੜ ਸੀ ਉੱਥੇ ਰਹਿੰਦਾ, ਉਹਦੀ ਦੁਕਾਨ ਉੱਤੇ ਚਲਾ ਗਿਆ। ਜਾ ਕੇ 2 ਟਕੇ ਪੇਸ਼ ਕੀਤੇ, ਨਾਲ ਕਾਗਜ਼ ਦਿੱਤਾ। ਕਹਿੰਦੇ ਕੀ ਚਾਹੀਦਾ ਇਹਨਾਂ ਦਾ? ਕਹਿਣ ਲੱਗੇ ਮੇਰੇ ਮਾਲਕ ਨੇ 1 ਟਕੇ ਦਾ ਸੱਚ ਮੰਗਿਆ, 1 ਟਕੇ ਦਾ ਝੂਠ ਮੰਗਿਆ, ਮੈਨੂੰ ਇਹ ਦੇਣਾ ਕਰ। ਉਹ ਬੜਾ ਸਿਆਣਾ ਸੀ ਔਰ ਉਸ ਨੇ ਕੀ ਕੀਤਾ, 2 ਕਾਗਜ਼ ਦੇ ਟੁਕੜੇ ਲਏ। ਉਹ 2 ਕਾਗਜ਼ ਦੇ ਟੁਕੜਿਆਂ ਉੱਤੇ ਇੱਕ ਉੱਤੇ ਲਿਖ ਦਿੱਤਾ ਕਿ ਮਰਨਾ ਸੱਚ, ਦੂਜੇ ਦਾ ਉਹਦੀ ਪੁੜੀ ਬੰਨ੍ਹ ਦਿੱਤੀ। ਦੂਜੇ ਉੱਤੇ ਲਿਖ ਦਿੱਤਾ ਜੀਣਾ ਝੂਠ। ਦੋਨੇ ਪੁੜੀਆਂ ਦੇ ਦਿੱਤੀਆਂ। ਕਹਿਣ ਲੱਗੇ ਸੌਦਾ ਤਾਂ ਕੋਈ ਨਹੀਂ ਦਿੱਤਾ। ਕਹਿੰਦੇ ਬਸ ਇਹਨਾਂ ਪੁੜੀਆਂ ਵਿੱਚ ਹੀ ਬੰਦ ਹੈ। ਕਹਿਣ ਲੱਗੇ ਆਪਣੇ ਮਾਲਕ ਨੂੰ ਜਾ ਕੇ ਦੇ ਦੇ। ਮਰਦਾਨਾ ਆਇਆ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਉਹ ਪੁੜੀਆਂ ਪੇਸ਼ ਕਰ ਦਿੱਤੀਆਂ। ਜਦੋਂ ਖੋਲ੍ਹੀਆਂ, ਉਸ ਪੁੜੀ ਉੱਤੇ ਲਿਖਿਆ ਹੋਇਆ ਸੀ ਕਾਗਜ਼ ਦੇ ਟੁਕੜੇ ਉੱਤੇ ਕਿ ਜੀਣਾ ਝੂਠ ਹੈ ਤੇ ਮਰਨਾ ਸੱਚ। ਕਹਿਣ ਲੱਗੇ ਹਮਜ਼ਾ ਗੌਸ, ਆ ਦੇਖ ਤੇਰੇ ਸ਼ਹਿਰ ਵਿੱਚ ਐਸੇ ਵੀ ਬੰਦੇ ਵਸਦੇ ਆ ਜਿਹੜੇ ਮੌਤ ਨੂੰ ਸੱਚ ਜਾਣਦੇ ਆ, ਜੀਵਨ ਨੂੰ ਛਿਨ ਭੰਗਰੀ ਜਾਣਦੇ ਆ। ਉਹਨਾਂ ਨੇ ਹਮਜ਼ਾ ਗੌਸ ਨੇ ਮਾਫੀ ਮੰਗੀ, ਸਤ ਵਚਨ ਕਹਿਣਾ ਕੀਤਾ। ਗੁਰੂ ਨਾਨਕ ਪਾਤਸ਼ਾਹ ਮੂਲੇ ਕਰਾਲ ਨੂੰ ਕੋਲ ਸੱਦਿਆ ਔਰ ਸਤਿਗੁਰਾਂ ਨੇ ਹੁਕਮ ਕੀਤਾ, ਮੂਲਿਆ ਲਿਖਤਾ ਤੂੰ ਦਿੱਤਾ, ਠੀਕ ਹੈ ਸੱਚਾਈ ਲਿਖ ਦਿੱਤੀ ਹੈ, ਪਰ ਤੇਰੇ ਅੰਦਰ ਇਹ ਸੱਚਾਈ ਨੇ ਘਰ ਨਹੀਂ ਕੀਤਾ। ਤੂੰ ਸਾਡੇ ਨਾਲ ਕੁਛ ਚਿਰ ਸੰਗ ਕਰ। ਸਤਿਵਚਨ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮੂਲੇ ਕਰਾਲ ਨੂੰ ਕੁਝ ਸਮਾਂ ਆਪਣੇ ਨਾਲ ਲੈ ਗਏ ਔਰ 10-15-20 ਦਿਨ ਤੋਂ ਬਾਅਦ ਕਹਿਣ ਲੱਗਾ ਮਹਾਰਾਜ ਦੁਕਾਨ ਦਾ ਕੰਮ ਨਹੀਂ ਚੱਲਦਾ, ਮੈਨੂੰ ਆਗਿਆ ਬਖਸ਼ੋ। ਸਤਿਗੁਰਾਂ ਨੇ ਆਗਿਆ ਦੇ ਦਿੱਤੀ। ਕਹਿਣ ਲੱਗੇ ਜਾ, ਪਰ ਯਾਦ ਰੱਖੀ ਜੋ ਤੂੰ ਲਿਖ ਕੇ ਦਿੱਤਾ ਉਹਦੇ ਉੱਤੇ ਪਹਿਰਾ ਵੀ ਦੇ ਤੇ ਆਪਣੇ ਹਿਰਦੇ ਵਿੱਚ ਵੀ ਵਸਾ। ਪਰ ਭੁੱਲ ਗਿਆ ਮਾਇਆ ਦੇ ਪ੍ਰਭਾਵ ਅਧੀਨ ਔਰ ਸਮਾਂ ਪਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀ ਤੋਂ ਬਾਅਦ ਮੁੜ ਕੇ ਮੂਲੇ ਕਰਾੜ ਦੇ ਘਰ ਅੱਗੇ ਆ ਗਏ। ਕਹਿਣ ਲੱਗੇ ਚਲੋ ਉਸਨੇ ਲਿਖ ਕੇ ਦਿੱਤਾ ਸੀ ਕਿ ਜੀਣਾ ਝੂਠ ਤੇ ਮਰਨਾ ਸੱਚ, ਉਹਨੂੰ ਦ੍ਰਿੜ ਕਰਾਈਏ। ਅਜੇ ਤੱਕ ਦ੍ਰਿੜ ਨਹੀਂ ਹੋਇਆ। ਘਰ ਜਾ ਕੇ ਮਰਦਾਨੇ ਨੇ ਬਾਹਰ ਬੂਹੇ 'ਤੇ ਦਸਤਕ ਦਿੱਤੀ ਤੇ ਉਹਦੇ ਘਰ ਵਾਲੀ ਨੇ ਦੇਖਿਆ ਕਿ ਇਹ ਤਾਂ ਉਹੀ ਸਾਧੂ ਆ ਜਿਹੜੇ 15-20 ਦਿਨ ਮੇਰੇ ਪਤੀ ਨੂੰ ਲੈ ਕੇ ਬਾਹਰ ਚਲੇ ਗਏ ਸਨ। ਇਹ ਮੁੜ ਕੇ ਫਿਰ ਲੈਣ ਵਾਸਤੇ ਆ ਗਏ ਆ। ਐਸਾ ਨਾ ਹੋਵੇ ਕਿ ਮੁੜ ਕੇ ਫਿਰ ਨਾਲ ਚਲਾ ਜਾਵੇ, ਘਰ ਦਾ ਸਾਰਾ ਕੰਮਕਾਰ ਬੰਦ ਹੋ ਜਾਵੇ, ਬੱਚੇ ਵੀ ਭੁੱਖੇ ਮਰਨਗੇ। ਔਰ ਕੀ ਕੀਤਾ ਜਾਵੇ? ਮੂਲੇ ਨੂੰ ਜਾ ਕੇ ਦੱਸਿਆ ਕਿ ਜਿਹੜੇ ਸਾਧੂ ਤੈਨੂੰ ਪਹਿਲਾਂ ਲੈ ਕੇ ਗਏ ਸਨ ਉਹ ਹੈ ਆ। ਮੂਲਾ ਕਹਿਣ ਲੱਗਾ ਕੀ ਕੀਤਾ ਜਾਵੇ? ਕਹਿਣ ਲੱਗਾ ਝੂਠ ਵੀ ਨਹੀਂ ਬੋਲਣਾ, ਤੂੰ ਇੰਝ ਕਰ। ਕਹਿੰਦੇ ਉਹਨਾਂ ਨੂੰ ਕਹਿ ਦੇ ਕਿ ਮੂਲਾ ਘਰ ਵਿੱਚ ਹੈ ਨਹੀਂ। ਕਹਿਣ ਲੱਗੇ ਠੀਕ ਹੈ, ਹੈਗੇ ਤਾਂ ਤੁਸੀਂ ਘਰ ਵਿੱਚ, ਪਰ ਇੰਝ ਕਰੋ ਲਾਗੇ ਪਿਛਲੇ ਪਾਸੇ ਪਾਥੀਆਂ ਦੀ ਸਰਾੜੀ ਆ ਜਿਹਦੇ ਵਿੱਚ ਪਾਥੀਆਂ ਰੱਖੀਆਂ ਹੁੰਦੀਆਂ, ਉਹਦੇ ਅੰਦਰ ਲੁਕ ਜਾਵੋ। ਮੈਂ ਉਹਨਾਂ ਨੂੰ ਕਹਿ ਦਿੰਦੀ ਆ। ਮੂਲਾ ਉੱਥੇ ਜਾ ਕੇ ਲੁਕ ਗਿਆ ਔਰ ਘਰ ਵਾਲੀ ਨੇ ਕਹਿ ਦਿੱਤਾ ਕਿ ਮਹਾਰਾਜ ਜੀ ਆਇਆਂ ਨੂੰ ਜਲ ਪਾਣੀ ਛਕੋ। ਕਹਿਣ ਲੱਗੇ ਅਸੀਂ ਮੂਲੇ ਨੂੰ ਮਿਲਣਾ ਹੈ। ਮੂਲਿਆਂ ਦੀ ਘਰ ਵਾਲੀ ਨੇ ਕਹਿ ਦਿੱਤਾ ਕਿ ਮੂਲਾ ਘਰ ਨਹੀਂ। ਤੇ ਸਤਿਗੁਰਾਂ ਨੇ ਸੁਭਾਵਕ ਵਚਨ ਕੀਤਾ, ਅੱਛਾ ਜੇ ਘਰ ਨਹੀਂ, ਅਸੀਂ ਤਾਂ ਉਹਨੂੰ ਆਪਣੇ ਘਰ ਵਿੱਚ ਲਿਆਉਣਾ ਚਾਹੁੰਦੇ ਸਾਂ। ਜੇ ਉਹ ਨਹੀਂ ਘਰ ਵਿੱਚ, ਅਜੇ ਉਹਦੀ ਮਰਜ਼ੀ ਹੈ, ਉਹਦੀ ਕਲਿਆਣ ਠਹਿਰ ਕੇ ਹੋਏਗੀ, ਸਮਾਂ ਆਏਗਾ। ਪਰ ਜੋ ਸਾਡੇ ਨਾਲ ਵਚਨ ਕੀਤਾ ਅਸੀਂ ਉਸ ਨੂੰ ਨਿਭਾਵਾਂਗੇ। ਉਧਰੋਂ ਸਰਾੜੀ ਵਿੱਚੋਂ ਸੱਪ ਨਿਕਲਿਆ, ਮੂਲੇ ਨੂੰ ਡਸਿਆ, ਮੂਲਾ ਚੜ੍ਹਾਈ ਕਰ ਗਿਆ। ਫਿਰ ਆਪਾਂ ਸਾਰਿਆਂ ਨੂੰ ਪਤਾ 300 ਸਾਲ ਤੋਂ ਬਾਅਦ
ਅਨੇਕਾਂ ਜੂਨਾਂ ਵਿੱਚ ਭਰਮਦਾ ਹੋਇਆ, ਕਿਉਂਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਵਿਛੋੜਾ ਪੈ ਗਿਆ। ਗੁਰੂ ਦਾ ਬਚਨ ਨਹੀਂ ਮੰਨਿਆ ਔਰ ਕਦੀ ਕਿਸੇ ਜੂਨ ਵਿੱਚ ਕਦੀ ਕਿਸੇ ਜੂਨ ਵਿੱਚ, ਜਿਵੇਂ ਸਤਿਗੁਰਾਂ ਨੇ ਫਰਮਾਨ ਕੀਤਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਇਹਨਾਂ ਜੂਨਾਂ ਵਿੱਚ ਘੁੰਮਦਾ ਰਿਹਾ 300 ਸਾਲ। 300 ਸਾਲ ਦਾ ਸਮਾਂ ਕੋਈ ਥੋੜ੍ਹਾ ਨਹੀਂ ਹੁੰਦਾ। ਔਰ 10ਵੇਂ ਪਾਤਸ਼ਾਹ ਕਿੱਥੇ ਪਾਕਿਸਤਾਨ ਵਿੱਚ ਸਿਆਲਕੋਟ ਦਾ ਇਲਾਕਾ, ਉੱਥੋਂ ਜੂਨਾਂ ਧਾਰਨ ਕਰਦਾ ਕਰਦਾ ਨੰਦੇੜ ਦੱਖਣ ਦੇ ਵਿੱਚ ਚਲਾ ਗਿਆ। ਔਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਜਦੋਂ 10ਵੇਂ ਜਾਮੇ ਵਿੱਚ ਵਿਚਰ ਰਹੀ ਸੀ, ਕਲਗੀਧਰ ਪਾਤਸ਼ਾਹ ਜੀ ਦੇ ਰੂਪ ਵਿੱਚ ਮਨ ਵਿੱਚ ਖਿਆਲ ਆਇਆ ਕਿ ਮੂਲੇ ਨੇ ਲਿਖ ਕੇ ਦਿੱਤਾ ਸੀ ਇਹਦੀ ਕਲਿਆਣ ਕਰਨੀ ਹੈ। ਗੁਰੂ ਮਹਾਰਾਜ ਸ਼ਿਕਾਰ 'ਤੇ ਨਿਕਲੇ ਔਰ ਗੋਦਾਵਰੀ ਪਾਰ ਕਰਕੇ ਜਿੱਥੇ ਸ਼ਿਕਾਰ ਘਾਟ ਗੁਰਦੁਆਰਾ ਹੈ, ਉੱਥੇ ਮੂਲਾ ਇੱਕ ਝਾੜੀ ਵਿੱਚ ਸਹੇ ਦੇ ਜੂਨ ਵਿੱਚ ਉੱਥੇ ਸ਼ਾਹ ਕੇ ਬੈਠਾ ਹੋਇਆ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਉਸ ਆਪਣੇ ਮੂਲੇ ਦੀ ਆਤਮਾ ਨੂੰ, ਜੋ ਸ਼ਹਿ ਦੇ ਵਿੱਚ ਪ੍ਰਵੇਸ਼ ਕਰਕੇ ਆਪਣੀ ਜੂਨ ਭੋਗ ਰਹੀ ਸੀ, ਉਸ ਦਾ ਛੁਟਕਾਰਾ ਕਰਾਇਆ। ਔਰ ਉਸ ਵਿੱਚੋਂ ਆਤਮਾ ਨਿਕਲੀ। ਕਹਿਣ ਲੱਗੇ, ਭਲਿਆ 300 ਸਾਲ ਭਰਮਦਾ ਰਿਹਾ, ਜੇ ਤੂੰ ਉਸ ਸਮੇਂ ਗੁਰੂ ਦੇ ਸਨਮੁਖ ਹੋ ਜਾਂਦਾ ਤੇ ਉਸ ਜਨਮ ਵਿੱਚ ਹੀ ਤੇਰਾ ਉਧਾਰ ਹੋ ਜਾਣਾ ਸੀ। ਇਸ ਕਰਕੇ ਆਪਾਂ ਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ। ਹੁਣ ਪ੍ਰਮਾਤਮਾ ਨੇ ਮਨੁੱਖਾ ਜਨਮ ਦਿੱਤਾ, ਆਪਾਂ ਗੁਰੂ ਦੇ ਸਨਮੁਖ ਹੋਈਏ, ਗੁਰੂ ਤੋਂ ਬੇਮੁਖ ਨਾ ਹੋਈਏ, ਪ੍ਰਮਾਤਮਾ ਤੋਂ ਪਿੱਠ ਨਾ ਫੇਰੀਏ, ਨਹੀਂ ਤਾਂ ਉਹ ਮੂਲੇ ਵਾਲਾ ਹਾਲ ਸਾਡੇ ਨਾਲ ਹੋਵੇਗਾ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਅਨੇਕਾਂ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਣਗੇ ਔਰ ਪਤਾ ਨਹੀਂ ਕਿੰਨੀਆਂ ਜੂਨਾਂ ਭੋਗਣ ਤੋਂ ਉਪਰੰਤ ਫੇਰ ਕਿਤੇ ਪ੍ਰਮਾਤਮਾ ਟੁੱਟੇਗਾ। ਖਿੰਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੰਨੇ ਵੀ ਮਨੁੱਖ ਖਾਣ ਪੀਣ ਪਹਿਨਣ ਅਤੇ ਭੋਗਣ ਦੇ ਰਸ ਭੋਗਦਾ ਹੈ, ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਛਿਨ ਭੰਗਰੀ ਆ। ਛਿਨ ਭੰਗਰੀ ਦਾ ਭਾਵ ਥੋੜ ਚੜੀ ਆ। ਔਰ ਇਹਨਾਂ ਦਾ ਅਖੀਰ ਅੰਜਾਮ ਕੀ ਹੁੰਦਾ? ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਇੱਕ ਦੁਨਿਆਵੀ ਛੋਟੀ ਜਿਹੀ ਆਪਾਂ ਉਦਾਹਰਨ ਲੈ ਲਈਏ ਕਿ ਕਈ ਵਾਰੀ ਮਨੁੱਖ ਸਵਾਦਿਕ ਭੋਜਨ ਹੁੰਦਾ, ਕਈ ਪ੍ਰਕਾਰ ਦੇ ਪਰਿਵਾਰ ਨੇ ਕਿਤੇ ਬਣਾਏ ਹੁੰਦੇ ਆ ਜਾਂ ਕਿਤੇ ਮਹਿਮਾਨ ਜਾਂਦਾ, ਖਾਂਦਾ ਖਾਂਦਾ ਵਿੱਚੋਂ ਬਾਹਰਾ ਖਾ ਜਾਂਦਾ, ਫਿਰ ਉਹਦਾ ਅੰਜਾਮ ਕੀ ਹੁੰਦਾ? ਪੇਟ ਦੇ ਵਿੱਚ ਸੂਲ ਹੋਣ ਲੱਗ ਜਾਂਦਾ, ਫਿਰ ਹਾਜਮੋਲਾ ਮੰਗਦਾ, ਜਵੈਣ ਮੰਗਦਾ। ਕਾਰਨ ਕੀ ਆ? ਜੀਭ ਦੇ ਸਵਾਦ ਦੇ ਨਾਲ ਵਾਧੂ ਖਾਧਾ ਗਿਆ ਤੇ ਉਹਦਾ ਫਿਰ ਫਲ ਕੀ ਹੋਇਆ? ਦੁੱਖ ਦੇ ਰੂਪ ਵਿੱਚ ਪੇਟ ਵਿੱਚ ਪੀੜਾ ਹੋਣ ਲੱਗ ਪਈ। ਫਿਰ ਹੁੰਦਾ ਕੀ ਆ? ਧਰਤੀ ਆਪ ਧੋਤੀ ਖੋਲ ਵਿਛਾਏ ਹੇਠ, ਗਰਦ ਵਾਂਗੂ ਲਾਹੇ ਪੇਟ। ਸਰਾਧਾਂ ਵਿੱਚ ਜਿਵੇਂ ਪੰਡਤ ਲੋਕ ਖੀਰ ਖਾਂਦੇ ਖਾਂਦੇ ਇੰਨੀ ਖਾ ਜਾਂਦੇ ਆ, ਔਰ ਜਦੋਂ ਬੋਦੀ ਖੜੀ ਹੋ ਜਾਂਦੀ ਆ ਫਿਰ ਤੁਰ ਨਹੀਂ ਹੁੰਦਾ, ਉੱਥੇ ਫਿਰ ਗਰਭ ਦਾ ਭਾਵ ਖੋਤੇ ਵਾਂਗੂ ਲੇਟਦੇ ਆ। ਇਸੇ ਪ੍ਰਕਾਰ ਸਤਿਗੁਰ ਕਹਿੰਦੇ ਕੋਈ ਵੀ ਮਨੁੱਖ ਸਵਾਦਾਂ ਵਿੱਚ ਜਦੋਂ ਖਚਿਤ ਹੋ ਜਾਂਦਾ, ਚਾਹੇ ਕਿਸੇ ਇੰਦਰੀ ਦਾ ਰਸ ਹੋਵੇ, ਤੇ ਉਹ ਫਿਰ ਅਖੀਰ ਨੂੰ ਉਹਦਾ ਅੰਜਾਮ ਜਿਹੜਾ, ਉਹਦਾ ਸਿੱਟਾ ਜਿਹੜਾ, ਉਹ ਦੁੱਖ ਦੇ ਰੂਪ ਵਿੱਚ ਹੀ ਪ੍ਰਾਪਤ ਹੁੰਦਾ ਹੈ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਸਤਿਗੁਰੂ ਕਹਿੰਦੇ ਫਿਰ ਜੋ ਮਨੁੱਖ ਕਰ ਲੈਂਦਾ ਔਰ ਜਿਨ੍ਹਾਂ ਚੀਜ਼ਾਂ ਨੂੰ ਮਿੱਠਾ ਜਾਣ ਕੇ ਖਾਂਦਾ, ਚੰਗੀਆਂ ਜਾਣ ਕੇ ਖਾਂਦਾ, ਚੰਗੀਆਂ ਜਾਣ ਕੇ ਭੋਗਦਾ, ਕਿ ਮੇਰੇ ਜੀਵਨ ਦਾ ਮੰਤਵ ਹੀ ਇਹ ਆ, ਖਾਓ ਪੀਓ ਮੌਜਾਂ ਕਰੋ, ਆ ਜਗ ਮਿੱਠਾ ਅਗਲਾ ਕਿਸਨੇ ਡਿੱਠਾ, ਇਹ ਧਾਰਨਾ ਲੈ ਕੇ ਕਰਦਾ ਹੈ, ਫਿਰ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਉਹ ਪ੍ਰਮਾਤਮਾ ਤੋਂ ਵਿਛੜ ਜਾਂਦਾ ਹੈ, ਫਿਰ ਉਹਦੀ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ। ਬਾਬਾ ਫਰੀਦ ਜੀ ਨੇ ਫਰਮਾਨ ਕੀਤਾ, ਜੋ ਮਨੁੱਖ ਵਿਸ਼ੇ ਵਿਕਾਰਾਂ ਦੇ ਰਸ ਭੋਗਦਾ ਹੈ, ਉਹਨਾਂ ਫਰਥਾਏ ਬਾਬਾ ਫਰੀਦ ਜੀ ਕਹਿੰਦੇ ਇਸ ਤਰ੍ਹਾਂ ਸਮਝਣਾ ਕਰੋ, ਜਿਸ ਤਰ੍ਹਾਂ ਕੋਈ ਆਪਣੇ ਜ਼ਹਿਰ ਦੀ ਗੋਲੀ ਹੋਵੇ, ਉਹਦੇ ਉੱਤੇ ਖੰਡ ਲਪੇਟੀ ਹੋਈ ਹੋਵੇ,
ਮਨੁੱਖ ਖੰਡ ਦੇ ਭੁਲੇਵੇ ਉਹ ਜ਼ਹਿਰ ਖਾ ਲਵੇ ਤੇ ਫਿਰ ਉਸ ਗੋਲੀ ਦਾ ਅੰਜਾਮ ਕੀ ਆ? ਥੋੜ੍ਹਾ ਚਿਰ ਤਾਂ ਮੂੰਹ 'ਚ ਮਿੱਠਾ ਸਵਾਦ ਆਵੇਗਾ, ਅਖੀਰ 'ਤੇ ਕੀ ਹੋਵੇਗਾ? ਉਹਦੇ ਉੱਤੋਂ ਜਾਂ ਤਾਂ ਉਹਦੀ ਮੌਤ ਹੋ ਜਾਵੇਗੀ ਜਾਂ ਸਰੀਰ ਨੂੰ ਅਨੇਕਾਂ ਲਾ ਇਲਾਜ ਰੋਗ ਲੱਗ ਜਾਣਗੇ। ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖਾਂਡ ਲਵਾੜ, ਖਾਂਡ ਦਾ ਭਾਵ ਖੰਡ, ਇਹ ਜਿੰਨੇ ਵੀ ਵਿਸ਼ੇ ਵਿਕਾਰਾਂ ਦੇ ਭੋਗ ਹੈ ਇਹ ਜਿੱਦਾਂ ਖੰਡ ਦੇ ਰਸ ਵਾਂਗੂ ਮਿੱਠੇ ਲੱਗਦੇ ਆ, ਚੰਗੇ ਲੱਗਦੇ ਆ। ਔਰ ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖਾਂਡ ਲਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਂਧੀ ਗਏ ਉਜਾੜ। ਜੋ ਮਨੁੱਖ ਇਹਨਾਂ ਵਿੱਚ ਪ੍ਰਵਿਰਤ ਹੋ ਜਾਂਦਾ ਉਹ ਆਪਣਾ ਘਰ-ਬਾਰ ਔਰ ਸਰੀਰ ਵੀ ਬਰਬਾਦ ਕਰਕੇ ਸੰਸਾਰ ਤੋਂ ਜਾਂਦਾ ਹੈ, ਪੱਲੇ ਕੁਛ ਵੀ ਨਹੀਂ ਪੈਂਦਾ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਫਿਰ ਉਸ ਵੇਲੇ ਕੁਛ ਵੀ ਨਹੀਂ ਹੋ ਸਕਦਾ, ਕਿਉਂ ਤੇ ਕਰਮ ਜਿਹੜਾ ਹੋ ਚੁੱਕਾ ਹੈ, ਕਿਉਂਕਿ ਧੁਰੋਂ ਉਹਦਾ ਸੰਜੋਗ ਬਣ ਗਿਆ। ਔਰ ਇਹ ਪੰਕਤੀ ਜਿਹੜੀ ਹੈ ਕਿ ਲਿਖੇ ਹੋਏ ਧੁਰੋਂ ਸੰਜੋਗ ਜੋ ਹੈ ਉਹੋ ਹੀ ਭੁਗਤਣੇ ਪੈਂਦੇ ਆ। ਸਿਆਣਿਆਂ ਨੇ ਵੀ ਕਹਿਣਾ ਕੀਤਾ, ਕੀਏ ਬਿਨ ਲਾਗੇ ਨਹੀਂ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਜਿੰਨਾ ਚਿਰ ਮਨੁੱਖ ਕੋਈ ਕਰਮ ਨਹੀਂ ਕਰਦਾ, ਚੰਗਾ ਜਾਂ ਮਾੜਾ, ਜੋ ਚੰਗਾ ਜਾਂ ਮਾੜਾ ਕਰ ਲੈਂਦਾ ਉਹਨੂੰ ਭੁਗਤਣਾ ਪੈਂਦਾ। ਮਾੜੇ ਦਾ ਕੰਮ ਦੁੱਖ ਔਰ ਚੰਗੇ ਕਰਮ ਦਾ ਸੁੱਖ ਭੁਗਤਣਾ ਪੈਂਦਾ। ਔਰ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਜੋ ਉਹ ਕਰਤਾਰ ਨੇ ਸਾਡੇ ਕਰਮਾਂ ਅਨੁਸਾਰ ਲਿਖ ਦਿੱਤਾ ਉਹ ਮਿਟਦਾ ਨਹੀਂ। ਆਪਾਂ ਰੋਜ਼ ਪੜ੍ਹਦੇ ਜਪਜੀ ਸਾਹਿਬ ਵਿੱਚ ਕਹਿੰਦੇ ਪੁੰਨੀ ਪਾਪੀ ਆਖਣ ਨਾਹੀ। ਇਹ ਪੁੰਨ ਤੇ ਪਾਪ ਮੇਰਾ ਕਹਿਣ ਮਾਤਰ ਨਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਜਿਹੋ ਜਿਹੇ ਮਨੁੱਖ ਕਰਮ ਕਰਦਾ ਉਹਨਾਂ ਦੀ ਤਕਦੀਰ ਲਿਖੀ ਜਾਂਦੀ ਹੈ। ਚੰਗੇ ਕਰਦਾ ਚੰਗੇ ਭਾਗ ਬਣ ਜਾਂਦੇ ਆ, ਮਾੜੇ ਕਰਦਾ ਮਾੜੇ ਭਾਗ ਬਣ ਜਾਂਦੇ ਆ। ਤਾਂ ਤੇ ਕੀਤਾ ਕਿਛੂ ਨਾ ਹੋ ਵੀ ਲਿਖਿਆ ਧੁਰ ਸੰਜੋਗ। ਇੱਕ ਸਮੇਂ ਇੱਕ ਪ੍ਰੇਮੀ ਸੋ ਬਾਬਾ ਜੀ ਦੇ ਨਾਲ ਕਹਿਣ ਲੱਗਾ, ਮਹਾਰਾਜ ਤੁਸੀਂ ਰੋਜ਼ ਸਾਨੂੰ ਕਹਿੰਦੇ ਹੋ ਬਾਣੀ ਪੜ੍ਹੋ, ਨਿਤਨੇਮ ਕਰੋ, ਸੰਗਤ ਕਰਿਆ ਕਰੋ, ਅੰਮ੍ਰਿਤ ਛਕ ਲਿਆ ਕਰੋ। ਜੇ ਸਾਡੇ ਸੰਜੋਗਾਂ ਵਿੱਚ ਹੀ ਨਹੀਂ ਲਿਖਿਆ, ਭਾਗਾਂ ਵਿੱਚ ਨਹੀਂ ਲਿਖਿਆ ਤੇ ਆਪਾਂ ਕਿਵੇਂ ਅੰਮ੍ਰਿਤ ਛਕ ਸਕਦੇ ਆ? ਜੋ ਸਾਡੇ ਭਾਗਾਂ ਵਿੱਚ ਨਹੀਂ ਸੰਗਤ ਕਰਨੀ ਤੇ ਆਪਾਂ ਕਿਵੇਂ ਸੰਗਤ ਵਿੱਚ ਜਾ ਸਕਦੇ ਆ? ਜੇ ਸਾਡੇ ਸੰਜੋਗਾਂ ਵਿੱਚ ਲਿਖਿਆ ਨਹੀਂ ਕਿ ਆਪਾਂ ਨਿਤਨੇਮ ਕਰੀਏ ਤੇ ਕਿਵੇਂ ਆਪਾਂ ਕਰ ਸਕਦੇ ਆ? ਕਿਉਂਕਿ ਕਰਮਾਂ ਵਿੱਚ ਲਿਖਿਆ ਗਿਆ, ਜੋ ਲਿਖਿਆ ਗਿਆ ਉਹੀ ਮਨੁੱਖ ਕਰਦਾ। ਤੇ ਮਹਾਂਪੁਰਖ ਚੁੱਪ ਕਰ ਗਿਆ ਥੋੜ੍ਹਾ ਸਮਾਂ। ਇਹ ਰਸੂਲਪੁਰ ਦੀ ਗੱਲ ਹੈ। ਤਾਂ ਤੇ ਥੋੜ੍ਹੇ ਸਮੇਂ ਤੋਂ ਬਾਅਦ ਉਹਨਾਂ ਨੇ ਸਵਾਲ ਕੀਤਾ, ਕਹਿਣ ਲੱਗੇ ਨੰਬਰਦਾਰ ਜੀ ਇੱਕ ਗੱਲ ਦੱਸੋ, ਇਹ ਕਰਮ ਕਿਸ ਨੇ ਬਣਾਏ ਆ? ਚੁੱਪ ਕਰ ਗਏ। ਕਹਿਣ ਲੱਗੇ ਹਾਂ, ਜੋ ਅਸੀਂ ਕਰਮ ਕੀਤੇ ਆ ਜਾਂ ਜੋ ਹੁਣ ਕਰ ਰਹੇ ਆ ਇਹ ਸਾਡੇ ਕਰਮ ਬਣ ਜਾਣੇ। ਜੋ ਆਪਾਂ ਪਿਛਲੇ ਜਨਮ ਵਿੱਚ ਕਰਮ ਕੀਤੇ ਆ, ਚੰਗੇ ਜਾਂ ਮਾੜੇ, ਮਾੜੇ ਕੀਤੇ ਆ ਸਾਡੇ ਮਾੜੇ ਸੰਜੋਗ ਬਣ ਗਏ ਆ ਔਰ ਮਾੜੇ ਭਾਗ ਬਣ ਗਏ ਆ। ਜੇ ਚੰਗੇ ਕਰਮ ਕੀਤੇ ਆ ਸਾਡੇ ਚੰਗੇ ਸੰਜੋਗ ਤੇ ਚੰਗੇ ਭਾਗ ਬਣ ਗਏ ਆ। ਇਸੇ ਕਰਕੇ ਤੇ ਬਾਬਾ ਜੀ ਕਹਿੰਦੇ ਮੈਂ ਹੁਣ ਕਹਿ ਰਿਹਾ ਕਿ ਗੁਰੂ ਮਹਾਰਾਜ ਬਾਰ-ਬਾਰ ਪੁਕਾਰ ਕੇ ਕਹਿ ਰਹੇ ਆ, ਜੇ ਪਿੱਛੇ ਨਹੀਂ ਕਰ ਸਕੇ ਤੇ ਹੁਣ ਕਰ ਲਓ। ਹੁਣ ਪ੍ਰਮਾਤਮਾ ਨੇ ਤੁਹਾਨੂੰ ਸੁਤੰਤਰਤਾ ਦਿੱਤੀ ਆ, ਤੁਸੀਂ ਪੈਰਾਂ ਦੇ ਨਾਲ ਇਹਨਾਂ ਨਾਲ ਕਿਸੇ ਪੱਬ ਵਿੱਚ ਵੀ ਜਾ ਸਕਦੇ ਹੋ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਸੰਗਤ ਵਿੱਚ ਵੀ ਜਾ ਸਕਦੇ ਹੋ। ਤੁਹਾਨੂੰ ਇਹ ਸੁਤੰਤਰਤਾ ਦਿੱਤੀ ਆ। ਤੁਸੀਂ ਬੇਸਵਾ ਦੁਆਰੇ ਵੀ ਇਹਨਾਂ ਨਾਲ ਜਾ ਸਕਦੇ ਹੋ, ਗੁਰੂ ਦੁਆਰੇ ਵੀ ਜਾ ਸਕਦੇ ਹੋ। ਇਹ ਚੋਣ ਹੁਣ ਤੁਸੀਂ ਕਰਨੀ ਹੈ। ਤਾਂ ਤੇ ਇਸੇ ਪ੍ਰਕਾਰ ਕੰਨ ਦਿੱਤੇ ਆ, ਇਹਨਾਂ ਨਾਲ ਮਾੜੇ ਗੀਤ ਵੀ ਸੁਣ ਸਕਦੇ ਆ ਜਿਹੜੇ ਮਨ ਨੂੰ ਖੰਡਾਉਣਗੇ। ਇਹਨਾਂ ਨਾਲ ਗੁਰਬਾਣੀ ਸੁਣ ਕੇ ਆਪਾਂ ਪ੍ਰਮਾਤਮਾ ਦੇ ਨਾਲ ਵੀ ਜੁੜ ਸਕਦੇ ਆ। ਜੀ ਪ੍ਰਮਾਤਮਾ ਨੇ ਦਿੱਤੀ ਹੈ, ਇਹਦੇ ਨਾਲ ਪ੍ਰਮਾਤਮਾ ਦੇ ਗੁਣ ਗਾ ਕੇ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਇਹ ਤਰਾਹੇ ਪਦ ਪਬੜੀਆਂ ਚੜ੍ਹੀਆਂ ਹੋਏ ਅਕੀਸ਼। ਇੱਕ ਈਸ਼ਵਰ ਦੇ ਨਾਲ ਇੱਕ ਮਿਕ ਵੀ ਹੋ ਸਕਦੇ ਆ। ਪਰ ਜੇ ਜੀਵ ਦੇ ਨਾਲ ਕਿਸੇ ਦੀ ਨਿੰਦਿਆ ਕਰਾਂਗੇ, ਕਿਸੇ ਦੀ ਚੁਗਲੀ ਕਰਾਂਗੇ, ਅਕਾਰਥ ਬੋਲਾਂਗੇ, ਝੂਠ ਬੋਲਾਂਗੇ, ਮਿਥਿਆ ਬੋਲਾਂਗੇ, ਅਨਰਥ ਬੋਲਾਂਗੇ ਤੇ ਇਹ ਜਿਹੜੀ ਆ ਜੀਵ ਸਾਨੂੰ ਜਨਮਾਂ ਜਨਮਾਂਤਰਾਂ ਵਿੱਚ ਭਰਮਾਉਣ ਦਾ ਕਾਰਨ ਬਣ ਜਾਵੇਗੀ। ਸੋ ਇਸ ਕਰਕੇ ਹੁਣ ਜੇ ਆਪਾਂ ਆਪਣੇ ਭਾਗ ਜਾਂ ਸੰਜੋਗ ਚੰਗੇ ਪਿਛਲੇ ਨਹੀਂ ਬਣਾ ਸਕੇ
ਹੁਣ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਕਿ ਆਪੇ ਬੀਜ ਆਪੇ ਹੀ ਖਾ। ਹੁਣ ਨਿਤਨੇਮ ਕਰੋ, ਗੁਰੂ ਵਾਲੇ ਬਣੋ, ਬਾਣੀ ਪੜ੍ਹੋ, ਪ੍ਰਮਾਤਮਾ ਦਾ ਨਾਮ ਜਪੋ, ਭਲੇ ਲੋਕਾਂ ਦੀ ਸੰਗਤ ਕਰੋ, ਚੰਗੇ ਕਰਮ ਕਰੋ, ਕਿਸੇ ਦਾ ਦੁੱਖ ਨਾ ਦਿਲ ਨਾ ਦਿਖਾਓ ਔਰ ਮਾੜੇ ਕਰਮਾਂ ਤੋਂ ਬਚ ਕੇ ਰਹੋ। ਠੀਕ ਹੈ, ਆ ਜ਼ਿੰਦਗੀ ਬਹੁਤ ਥੋੜ੍ਹੀ ਹੈ। ਜਦੋਂ ਆਪਾਂ ਇੱਥੋਂ ਇਸ ਸਰੀਰ ਦੇ ਵਿੱਚੋਂ ਆਤਮਾ ਵੱਖ ਹੋਈ, ਜੋ ਇਸ ਜੀਵਨ ਵਿੱਚ ਕਰਮ ਕੀਤੇ ਆ ਇਹੀ ਸਾਡੇ ਭਾਗ ਤੇ ਇਹੀ ਸਾਡੇ ਸੰਜੋਗ ਬਣ ਜਾਣੇ ਆ। ਉਹਦੇ ਮਨ ਵਿੱਚ ਐਸੀ ਗੱਲ ਲੱਗੀ, ਉਹਨਾਂ ਨੇ ਅੰਮ੍ਰਿਤ ਛਕ ਲਿਆ, ਸਾਰੇ ਨਗਰ ਨੇ ਅੰਮ੍ਰਿਤ ਛਕ ਲਿਆ ਔਰ ਸਹਿਜੇ ਸਹਿਜੇ ਸਾਰੇ ਹੀ ਇਲਾਕੇ ਵਿੱਚ ਬਹੁਤ ਵੱਡਾ ਗੁਰੂ ਕੀ ਸਿੱਖੀ ਦਾ ਪ੍ਰਚਾਰ ਹੋਇਆ। ਕਹਿਣ ਤੋਂ ਭਾਵ ਜੇ ਕਿਤੇ ਮਨ ਦੇ ਵਿੱਚ ਇੱਕ ਗੱਲ ਵੀ ਘਰ ਕਰ ਜਾਵੇ ਉਹ ਜੀਵਨ ਨੂੰ ਬਦਲ ਜਾਂਦੀ ਹੈ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਹੋਈ। ਇੱਕ ਵੀ ਕਿਤੇ ਗੁਰੂ ਦੀ ਸਿੱਖਿਆ ਆਪਾਂ ਮੁੜ ਮੁੜ ਕੇ ਬਾਣੀ ਕਿਉਂ ਪੜ੍ਹਦੇ ਹਾਂ? ਕੋਈ ਇੱਕ ਪੰਕਤੀ, ਕੋਈ ਇੱਕ ਮਹਾਰਾਜ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਸਾਡਾ ਜੀਵਨ ਵੀ ਬਦਲ ਜਾਵੇ। ਸਤਿਗੁਰੂ ਕਹਿੰਦੇ ਜਿਹੋ ਜਿਹੇ ਮਨੁੱਖ ਕਰਮ ਕਰਦਾ ਉਹੋ ਜਿਹਾ ਉਹਦਾ ਪੂਰਬਲਾ ਕਰਮ ਬਣ ਜਾਂਦਾ। ਜੋ ਆਪਾਂ ਪਿੱਛੇ ਕਰਮ ਕੀਤੇ ਉਹ ਸਾਡਾ ਹੁਣ ਪਰਾਲਬਧ ਬਣ ਗਈ ਹੈ। ਜੋ ਕਿਰੇਮਾਨ ਹੁਣ ਆਪਾਂ ਵਰਤਮਾਨ ਵਿੱਚ ਕਰਮ ਕਰ ਰਹੇ ਹਾਂ, ਜਦੋਂ ਆਪਾਂ ਸਰੀਰ ਛੱਡਣਾ ਇਹੀ ਸਾਡੀ ਪਰਾਲਬਧ ਬਣ ਜਾਣੀ ਹੈ। ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰ ਹੈ ਸਭ ਵਿਯੋਗ। ਇੱਥੇ ਫਿਰ ਸਤਿਗੁਰਾਂ ਨੇ ਸ਼ਬਦ ਵਰਗਿਆ, ਵੱਡ ਭਾਗੀ। ਜੇ ਚੰਗੇ ਕਰਮ ਕੀਤੇ ਆ, ਪਿਛਲੇ ਪੂਰਬਲੇ ਕਰਮਾਂ ਦੀ ਬਦੌਲਤ ਮਨੁੱਖ ਸੰਗਤ ਕਰੇ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਏ ਔਰ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਵੇ। ਨਾਮ ਕੌਣ ਜਪਦਾ ਹੈ? ਆਪਾਂ ਗੁਰਦੇਵ ਗੁਰੂ ਅਮਰਦਾਸ ਜੀ ਦਾ ਫਰਮਾਨ ਪੜ੍ਹਦੇ ਹਾਂ, ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਭ ਉਪਾਇਆਂ ਆਪ ਆਪੇ ਨਦਰ ਕਰੇ। ਕੋਈ ਚੰਗੇ ਭਾਗ ਸਨ, ਜਿਵੇਂ ਹੁਣ ਆਪ ਜੀ ਵੀ ਹੋ ਔਰ ਪੁਰਾਣੇ ਕੋਈ ਚੰਗੇ ਕਰਮ ਦੀ ਦੌਲਤ ਗੁਰੂ ਚਰਨਾਂ ਵਿੱਚ ਆਏ ਜੁੜੇ ਹੋ। ਜਿੰਨਾ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਿਆ, ਕਥਾ ਵਿਚਾਰ ਸਰਵਣ ਕੀਤੀ ਆ ਜਾਂ ਕਰਨੀ ਹੈ, ਇਹ ਸਾਡੇ ਇੱਕ ਪੂਰਬਲੇ ਚੰਗੇ ਕਰਮ ਦੀ ਨਿਸ਼ਾਨੀ ਹੈ। ਔਰ ਹੁਣ ਜੋ ਕੁਛ ਆਪਾਂ ਇਹ ਚੰਗੇ ਕਰਮ ਕਰ ਰਹੇ ਹਾਂ, ਸੰਗਤ ਕਰ ਰਹੇ ਹਾਂ, ਨਿਤਨੇਮ ਕਰ ਰਹੇ ਹਾਂ, ਗੁਰੂ ਵਾਲੇ ਬਣ ਰਹੇ ਹਾਂ ਔਰ ਗੁਰੂ ਚਾਲੀ ਦੇ ਧਾਰਨੀ ਬਣੇ ਆ ਤੇ ਬਣ ਰਹੇ ਹਾਂ, ਇਹ ਸਾਡੇ ਅਗਲੇ ਜਨਮ ਨੂੰ ਸਵਾਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ, ਵੱਡੇ ਭਾਗ ਹੋਣ ਤਦ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ, ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਦਾ, ਉਸ ਨਾਮ ਨੂੰ ਜਪ ਕਰਕੇ ਪ੍ਰਮਾਤਮਾ ਦੇ ਨਾਲ ਆਪਣੇ ਮੂਲ ਦੇ ਨਾਲ ਜੁੜ ਜਾਂਦਾ ਹੈ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਮਹਾਰਾਜ ਕਹਿੰਦੇ, ਐ ਜਗਿਆਸੂ ਜੇ ਹੋਰ ਨਹੀਂ ਕਰ ਸਕਦਾ ਤੇ ਗੁਰੂ ਦੇ ਚਰਨਾਂ ਵਿੱਚ ਆਪਣੀ ਦੁਹਾਈ ਪਾ, ਆਪਣੀ ਅਰਦਾਸ ਕਰ, ਆਪਣੀ ਜੋਦੜੀ ਕਰ, ਗੁਰੂ ਦੇ ਚਰਨਾਂ ਵਿੱਚ ਪੁਕਾਰ ਕਰ, ਦਾਤਾ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ, ਦਰਸ਼ਨ ਪਿਆਸੀ ਦਿਨ ਰਾਤ, ਚਿਤ ਬਹੁ ਅੰਦਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੇਲ। ਗੁਰੂ ਚਰਨਾਂ 'ਚ ਅਰਦਾਸ ਕਰ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕਿਤੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੂਲੀਐ। ਦਾਤਾ ਲੂ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੂ ਕਾਢ ਭਵਜਲ ਫੇਰਿਆ। ਹੁਣ ਦਿਨ ਰਾਤ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ। ਦਿਨ ਰਾਤ ਕੇਸੋ ਕੇਸੋ ਪ੍ਰਮਾਤਮਾ ਦਾ ਨਾਮ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰ, ਊਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ ਦਾ ਧਾਰਨੀ ਬਣ ਜਾ, ਤੇਰਾ ਇਹ ਲੋਕ ਵੀ ਤੇ ਪਰਲੋਕ ਵੀ ਦੋਨੇ ਸੌਰ ਜਾਣਗੇ। ਕਤਕ ਹੋਵੇ ਸਾਧ ਸੰਗ ਬਿਨਸਹਿ ਸਭੇ ਸੋਚ। ਸੋਚ ਦਾ ਭਾਵ ਅਨੇਕ ਪ੍ਰਕਾਰ ਦੀਆਂ ਸੋਚਾਂ ਮਨੁੱਖ ਨੂੰ ਲੱਗੀਆਂ ਹੋਈਆਂ
ਔਰ ਸੋਚਾਂ ਦੀ ਬਦੌਲਤ ਜਿਹੜੀ ਹੈ ਉਹ ਮਨੁੱਖ ਦੇ ਅੰਦਰ ਚਿੰਤਾ ਪੈਦਾ ਕਰ ਦਿੰਦੀ ਹੈ। ਕਿਸੇ ਚੀਜ਼ ਨੂੰ ਵਾਰ-ਵਾਰ ਸੋਚੀ ਜਾਓ, ਉਹੀ ਡਿਪਰੈਸ਼ਨ ਦਾ ਅਤੇ ਚਿੰਤਾ ਦਾ ਕਾਰਨ ਬਣ ਜਾਂਦਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਚਿੰਤਾ ਤੋਂ ਬਚਣ ਦਾ ਕੇਵਲ ਤੇ ਕੇਵਲ ਇੱਕੋ ਇੱਕ ਸਾਧਨ ਹੈ, ਸੰਗਤ ਕਰਿਆ ਕਰ। ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰ, ਤੇਰੀਆਂ ਸਾਰੀਆਂ ਚਿੰਤਾ ਝੋਰੇ ਖਤਮ ਹੋ ਜਾਣਗੇ। ਉਂਝ ਆਪਾਂ ਦੇਖਦੇ ਵੀ ਹਾਂ, ਸਾਡੇ ਨਾਲ ਬੀਤਦੀ ਵੀ ਹੈ, ਔਰ ਹਰ ਮਨੁੱਖ ਚਿੰਤਾ ਵਿੱਚ ਗਰਸਿਆ ਹੋਇਆ। ਜਿਵੇਂ ਸਤਿਗੁਰਾਂ ਨੇ ਪਹਿਲਾਂ ਦੁੱਖ ਦੀ ਗੱਲ ਕੀਤੀ ਹੈ, ਨਾਨਕ ਦੁਖੀਆ ਸਭ ਸੰਸਾਰ। ਬਾਬਾ ਫਰੀਦ ਜੀ ਦਾ ਫਰਮਾਨ ਪੜ੍ਹਿਆ ਆਪਾਂ ਨੇ ਕਿ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਆਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਆਪਾਂ ਨੇ ਵਾਚਿਆ। ਇਸੇ ਪ੍ਰਕਾਰ ਸਤਿਗੁਰ ਕਹਿੰਦੇ ਜਿਵੇਂ ਹਰ ਮਨੁੱਖ ਦੁਖੀ ਹੈ, ਇਸੇ ਪ੍ਰਕਾਰ ਚਿੰਤਾ ਪ੍ਰਤੀ ਵੀ ਸਤਿਗੁਰਾਂ ਨੇ ਸਭ ਸ਼ਬਦ ਵਰਤਣਾ ਕੀਤਾ। ਸਤਿਗੁਰੂ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ। ਜੋ ਮਨੁੱਖ ਦਿਸ ਰਿਹਾ, ਹਰ ਮਨੁੱਖ ਦੇ ਚਿੰਤਾ ਹਾਵੀ ਹੈ, ਚਿੰਤਾ ਵਿੱਚ ਗਰਸਿਆ ਹੋਇਆ। ਆਪਾਂ ਨੂੰ ਕੱਲ੍ਹ ਆਉਣ ਵਾਲੇ ਸਮੇਂ ਦੀ ਚਿੰਤਾ, ਧੀਆਂ ਪੁੱਤਰਾਂ ਦੀ ਚਿੰਤਾ, ਕਿਸੇ ਨੇ ਕਰਜ਼ਾ ਚੱਕ ਲਿਆ ਉਹਦੀ ਚਿੰਤਾ, ਕਿਸੇ ਨੂੰ ਮੌਤ ਦੀ ਚਿੰਤਾ, ਕਿਸੇ ਨੂੰ ਆਂਢੀ ਗੁਆਂਢੀ ਦੀ ਚਿੰਤਾ, ਦੁਸ਼ਮਣ ਦੀ ਚਿੰਤਾ, ਅਨੇਕ ਪ੍ਰਕਾਰ ਦੀਆਂ ਚਿੰਤਾਵਾਂ ਦੇ ਮਨੁੱਖ ਵਿੱਚ ਫਸਿਆ ਹੋਇਆ ਅਤੇ ਘਿਰਿਆ ਹੋਇਆ। ਅਤੇ ਸਤਿਗੁਰੂ ਕਹਿੰਦੇ ਇਹਦੇ ਛੁੱਟਣ ਦਾ ਛੁਟਕਾਰਾ ਇੱਕੋ ਇੱਕ ਤਰੀਕਾ ਹੈ। ਕਹਿੰਦੇ ਜਾ ਕੇ ਅਚਿੰਤ ਵਸੇ ਮਨ ਆਏ, ਤਾਕੋ ਚਿੰਤਾ ਕਤ ਹੂ ਨਾਏ। ਜਿਹਦੇ ਹਿਰਦੇ ਵਿੱਚ ਚਿੰਤਾ ਤੋਂ ਰਹਿਤ ਪ੍ਰਮਾਤਮਾ ਦਾ ਨਾਮ ਟਿਕ ਜਾਂਦਾ, ਉਹ ਅਚਿੰਤ ਹੋ ਜਾਂਦਾ। ਚਿੰਤਤ ਹੀ ਦੀਸਾ ਸਭ ਕੋਏ। ਤੇ ਇਲਾਜ ਕੀ ਆ? ਚੇਤੇ ਏਕ ਤਹੀ ਸੁਖ ਹੋਏ। ਜੇ ਮਨੁੱਖ ਇੱਕ ਪ੍ਰਮਾਤਮਾ ਜਿਹਨੂੰ ਕੋਈ ਚਿੰਤਾ ਨਹੀਂ, ਉਹਦਾ ਚਿੰਤਨ ਕਰੇ, ਭਾਵ ਉਹਦੇ ਨਾਮ ਦੀ ਆਰਾਧਨਾ ਕਰੇ, ਇਹ ਸੁਖੀ ਹੋ ਸਕਦਾ। ਅਤੇ ਸਤਿਗੁਰੂ ਕਹਿੰਦੇ ਸੰਗਤ ਦੀ ਬਹੁਤ ਬੜੀ ਮਹਾਨਤਾ ਇਸ ਚਿੰਤਨ ਕਰਨ ਵਿੱਚ ਸਹਾਇਕ ਹੁੰਦੀ ਆ। ਜਦੋਂ ਆਪਾਂ ਸੰਗਤ ਵਿੱਚ ਜਾਂਦੇ ਹਾਂ, ਸੰਗਤ ਦਾ ਲਾਭ ਕੀ ਆ? ਦੋ ਲਾਭ ਹੁੰਦੇ ਆ। ਪਹਿਲਾ ਲਾਭ ਤਾਂ ਇਹ ਹੁੰਦਾ ਹੈ, ਜਿਹੜਾ ਮਨੁੱਖ ਸੰਗਤ ਵਿੱਚ ਆ ਜਾਂਦਾ, ਜਗਿਆਸੂ ਦਾ ਕਰਮ ਆ ਸੰਗਤ ਵਿੱਚ ਆ ਜਾਣਾ। ਫਿਰ ਸੰਗਤ ਦਾ ਕਰਮ ਆ ਉਹਦੇ ਹਿਰਦੇ ਨੂੰ ਸ਼ੁੱਧ ਕਰਨਾ, ਔਰ ਸਹਿਜੇ ਸਹਿਜੇ ਹਿਰਦੇ ਵਿੱਚ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮਲੀਨਤਾਈ ਜਿਹੜੀ ਆ ਉਤਰਨੀ ਆਰੰਭ ਹੋ ਜਾਂਦੀ ਹੈ। ਆਪਾਂ ਗੁਰਦੇਵ ਜੀ ਦਾ ਫਰਮਾਨ ਪੜ੍ਹਦੇ ਹਾਂ, ਮਿਲ ਸੰਤ ਸਭਾ ਮਨ ਮਾਂਜੀਆ ਭਾਈ, ਹਰ ਕਾ ਨਾਮ ਨਿਵਾਸ। ਜਿਵੇਂ ਆਪਾਂ ਭਾਂਡਿਆਂ ਨੂੰ ਬਰਤਨਾਂ ਨੂੰ ਮਾਂਜਦੇ ਹਾਂ, ਰੇਤਾ ਨਾਲ ਸਰਫ ਨਾਲ ਕੂਚੀ ਲੈ ਕੇ ਉਹ ਸਾਫ਼ ਹੋ ਜਾਂਦੇ ਆ, ਔਰ ਉਹਨਾਂ ਦੀ ਲਾਗ ਲੱਗੀ ਹੋਈ ਦੂਰ ਹੋ ਜਾਂਦੀ ਹੈ। और इसी प्रकार जो साढ़े हृदय में जन्म जन्म की इस मन को मल लागी काला हुआ स्याह की खेड वरती हुई है, वो संगत करन दे नाल दूर हो जाती है। फिर जदों दूर हो जाती है, हृदय विच परमात्मा का नाम टिक जाता है। ताते सतगुरु गरीब नवाज कहते संगत का गुण बहुत अधिकाई, फड़ सूआ गन को धारे। गनका बेसवा नूं कहते हैं, और एक बेसवा वर्गियां मलीन आत्मावां वो भी एक थोड़े घंटिया की संगत करके एक साधु की उन्हां दा निस्तारा हो गया। और गुरुदेव जी ने फरमान भी किया, अजा मल गनका लुब्ध कुंचर गए हर के पास, ऐसे दुर्मत निस्तरे तू क्यों ना तरे रविदास। कि बाबा रविदास जी फरमान करते हैं, कहते हाथी वर्गे, कनका वर्गे और अजामल वर्गे पापी जड़े वो भी तर गए है। हे रविदास, तू तो बहुते पाप नहीं किए, कोई भी पाप कर्म नहीं किया, तू परमात्मा का नाम लएगा क्यों नहीं तरेगा, अवश्य तर जावेगा। पर की कर, कहते संगत करया कर। और आप संगत की गणका की जो साखी है भाई गुरदास जी ने लिखी है, आप पढ़ते हैं। कहते गणका पापन होए के पापां दा गल हार परोता, तो फिर दिन रात पाप कर्म कर दिया। महापुरख अचानचक गनका बाड़े आए खलोता, दुरमत देख दयाल होए, हथों उसनों दितो सतोता। लिव लागी ते स्तोतियों नित पढ़ाए करे असोता, पत तो धारण राम नाम दुरमत पाप कलेवर धोता।
ਗਈ ਬੈਕੁੰਠ ਭਵਾਨ ਚੜ ਨਰਕੇ ਵਿੱਚ ਨਾ ਖਾਧੋ ਸੁਗੋਤਾ ਮਾਣ ਨਿਮਾਣੇ ਮਾਣ ਮਨੋਤਾ। ਇਹ ਸੰਗਤ ਦੀ ਬਰਕਤ ਹੈ। ਔਰ ਇਸ ਕਰਕੇ ਹੀ ਬਾਬਾ ਕਬੀਰ ਜੀ ਵੀ ਸਾਨੂੰ ਪ੍ਰੇਰਨਾ ਦਿੱਤੀ ਆ, ਜਿੱਥੇ ਤੁਸੀਂ ਦਿਨ ਰਾਤ ਦੁਨਿਆਵੀ ਕੰਮ ਕਰਦੇ ਹੋ, ਕੋਈ 8 ਘੰਟੇ, ਕੋਈ 10 ਘੰਟੇ, ਕੋਈ 12 14 ਘੰਟੇ ਕੰਮ ਕਰਦਾ ਹੈ। ਕਹਿੰਦੇ ਠੀਕ ਹੈ, ਕੰਮ ਕਰਨੇ ਆ, ਕਿਰਤ ਕਰਨੀ ਆ, ਪਰ ਨਾਲ ਦੂਜਾ ਵੀ ਕੰਮ ਵੀ ਕਰਨਾ, ਸੰਗਤ ਕਰਨੀ ਹੈ, ਪ੍ਰਮਾਤਮਾ ਦਾ ਨਾਮ ਜਪਣਾ, ਵੰਡ ਛਕਣਾ, ਸਰਬੱਤ ਦਾ ਭਲਾ ਮੰਗਣਾ। ਇਹ ਗੁਰਮਤਿ ਦੇ ਅਸੂਲ ਹੈ। ਇਸ ਕਰਕੇ ਜੇ ਬਹੁਤਾ ਸਮਾਂ ਨਹੀਂ ਕੱਢ ਸਕਦਾ, ਬਾਬਾ ਕਬੀਰ ਜੀ ਕਹਿੰਦੇ ਇੱਕ ਘੜੀ ਦਾ ਸਮਾਂ 24 ਮਿੰਟ ਦਾ ਸਮਾਂ ਬਣਦਾ। ਇਹ ਘੜੀ ਤੇ ਜਗਿਆਸੂ ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਇੰਨੀ ਇੱਕ ਘੜੀ ਦੀ ਵੀ ਫੁਰਸਤ ਨਹੀਂ। ਕਹਿੰਦੇ ਅੱਧੀ ਘੜੀ 12 ਮਿੰਟ ਦਾ ਸਮਾਂ ਕਰ ਲਾ। ਕਹਿੰਦੇ 12 ਮਿੰਟ ਦਾ ਸਮਾਂ ਵੀ ਨਹੀਂ। ਕਹਿੰਦੇ ਆਧੀ ਹੂੰ ਤੇ ਆਦ ਕਹਿੰਦੇ 6 ਮਿੰਟ ਤਾਂ ਕੱਢ ਹੀ ਸਕਦਾ ਨਾ। ਕਹਿੰਦੇ 6 ਮਿੰਟ ਦਾ ਸਮਾਂ ਜਾ ਕੇ ਸੰਗਤ ਵਿੱਚ ਬੈਠ, ਉੱਥੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰ, ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰ, ਤੇਰੇ ਅੰਤਸ਼ਕਰਨ ਦੀ ਸ਼ੁੱਧੀ ਹੋ ਜਾਵੇਗੀ ਔਰ ਤੇਰੇ ਮਨ ਨੂੰ ਜੋ ਲੱਗੀ ਹੋਈ ਮਲੀਨਤਾ ਹੀ ਦੂਰ ਹੋ ਜਾਵੇਗੀ। ਤੈਨੂੰ ਪ੍ਰਮਾਤਮਾ ਦਾ ਨਾਮ ਜੋ ਹੁਣ ਚੰਗਾ ਨਹੀਂ ਲੱਗਦਾ, ਇਹ ਚੰਗਾ ਲੱਗਣ ਲੱਗ ਜਾਵੇਗਾ। ਕਬੀਰ ਇੱਕ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨਿਓ ਸੋ ਲਾਭ। ਗੁਰੂ ਅਰਜਨ ਦੇਵ ਜੀ ਦਾ ਫਰਮਾਨ। ਸੱਤੀ ਪੈਰੀ ਸਤ ਭਲਾ ਬਈਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ। ਇਹਨੇ ਕਿਸੇ ਬੀਏ ਪੜ੍ਹਿਆ ਕੋ ਜਾਂ ਐਮਏ ਪੜ੍ਹਿਓ ਕੋ ਜਾ ਕੇ ਬਹਿਣਾ ਨਹੀਂ, ਉਹਨਾਂ ਕੋ ਬਹਿਣਾ ਜਿਨ੍ਹਾਂ ਨੇ ਆਪਣੇ ਆਪ ਨੂੰ ਪੜ੍ਹਿਆ। ਆਪਾਂ ਸੁਭਾਅ ਕੀ ਹੈ, ਹੁਣ ਅਸੀਂ ਦੂਸਰੇ ਨੂੰ ਪੜ੍ਹਦੇ ਹਾਂ। ਪੜ੍ਹਨਾ ਕੀ ਆ, ਦੂਜੇ ਦੇ ਔਗਣ ਦੇਖਦੇ ਆ, ਇਹ ਝੂਠ ਬੋਲਦਾ, ਇਹ ਹੇਰਾ ਫੇਰੀ ਕਰਦਾ, ਚਾਹੇ ਕਰਦਾ ਹੋਵੇ ਚਾਹੇ ਨਹੀਂ। ਔਰ ਫਲਾਣੇ ਨੇ ਮੈਨੂੰ ਦੱਸਿਆ ਇਹਦੇ ਵਿੱਚ ਆਹ ਦੋਸ਼ ਹੈ, ਇਹਦੇ ਵਿੱਚ ਆਹ ਦੋਸ਼ ਆ। ਆਪਾਂ ਦੂਸਰਿਆਂ ਨੂੰ ਜਿਹੜਾ ਪੜ੍ਹਦੇ ਆ, ਭਾਵੇਂ ਸਾਨੂੰ ਪੜ੍ਹਨਾ ਨਹੀਂ ਆਉਂਦਾ, ਪਰ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ ਆਪ ਨੜੇ ਗਿਰੀਮਾਨ ਮੈਂ। ਜਿਨ੍ਹਾਂ ਨੇ ਆਪਣੇ ਮਨ ਨੂੰ ਪੜ੍ਹਿਆ, ਜਿਨ੍ਹਾਂ ਨੇ ਆਪਣੇ ਗਿਰੀਵਾਨ ਹਿਰਦੇ ਵਿੱਚ ਝਾਤੀ ਮਾਰੀ ਆ, ਜਿਹੜਾ ਮੈਂ ਦੂਜੇ ਨੂੰ ਦੋਸ਼ ਦੇਣ ਲੱਗਾ, ਕਿਤੇ ਮੈਂ ਤਾਂ ਨਹੀਂ ਇਸ ਦੋਸ਼ ਦਾ ਭਾਗੀ, ਕਿਤੇ ਮੈਂ ਤਾਂ ਨਹੀਂ ਝੂਠ ਬੋਲਦਾ, ਦੂਜੇ ਨੂੰ ਚੋਰੀ ਕਹਿਣਾ ਕਰਦਾ, ਕਿਤੇ ਮੈਂ ਤਾਂ ਨਹੀਂ ਚੋਰੀ ਕਰਦਾ, ਦੂਜੇ ਨੂੰ ਕਹਿਣਾ ਹੈ ਇਹ ਕੌੜਾ ਬੋਲਦਾ, ਕਿਤੇ ਮੈਂ ਤਾਂ ਨਹੀਂ ਕੌੜਾ ਬੋਲਦਾ। ਭਾਵ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ, ਔਰ ਆਪ ਨੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਜਿਨ੍ਹਾਂ ਨੇ ਆਪਣੇ ਆਪ ਨੂੰ ਪੜ੍ਹਨਾ ਕੀਤਾ, ਆਪਣੇ ਆਪ ਨੂੰ ਪੜ੍ਹ ਕੇ ਉਹਦੇ ਵਿੱਚੋਂ ਆਪਣੇ ਆਪ 'ਚੋਂ ਕਮੀਆਂ ਕੱਢੀਆਂ, ਤੇ ਫਿਰ ਜਿਨ੍ਹਾਂ ਨੇ ਸਾਂਝ ਕਰੀਜਾ ਗੁਣਾ ਕੀਰੀ ਛੋੜ ਅਵਗੁਣ ਚੱਲੀਏ ਦੇ ਧਾਰਨੀ ਬਣੇ ਆ, ਉਹਨਾਂ ਦੀ ਸੰਗਤ ਵਿੱਚ ਬੈਠ। ਫਿਰ ਉਹਨਾਂ ਦੀ ਸੰਗਤ ਵਿੱਚ ਬੈਠਣ ਦੇ ਨਾਲ ਕੀ ਮਿਲੇਗਾ? ਤਿਨਾ ਦੇਖ ਮਨ ਚਾਓ ਠੰਡਾ ਹੋ ਕਦ ਪਾਈ ਗੁਣਤਾਸਾ। ਤੇਰੇ ਮਨ ਵਿੱਚ ਵੀ ਚਾਓ ਪੈਦਾ ਹੋਵੇਗਾ ਕਿ ਮੈਨੂੰ ਵੀ ਇਹੋ ਜਿਹੀ ਸ਼ਾਂਤੀ, ਇਹੋ ਜਿਹਾ ਸੁੱਖ ਪ੍ਰਾਪਤ ਹੋਵੇ ਜੋ ਇਹਨਾਂ ਗੁਰੂ ਪਿਆਰਿਆਂ ਨੂੰ ਪ੍ਰਾਪਤ ਹੋਇਆ, ਤੇ ਤੇਰਾ ਵੀ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇਗਾ। ਸੋ ਇੱਥੇ ਸ਼ਬਦ ਦੀ ਸਮਾਪਤੀ ਹੈ ਗੁਰੂ ਮਹਾਰਾਜ ਜੀ ਦੇ ਉਪਦੇਸ਼ ਦੀ। ਗੁਰੂ ਮਹਾਰਾਜ ਜੀ ਨੇ ਕਾਰਨ ਦੱਸਿਆ, ਕਰਮਾਂ ਦਾ ਦੱਸਿਆ। ਕਰਮ ਜਿਹੜੇ ਆ 3 ਪ੍ਰਕਾਰ ਦੇ ਆ, ਇੱਕ ਪਰਾਲੱਭ ਦਾ, ਇੱਕ ਕਿਰੇਮਾਨ, ਇੱਕ ਸੰਚਰਿਤ ਕਰਮ। ਕਹਿੰਦੇ ਸਾਰੇ ਕਰਮ ਜਿਹੜੇ ਮਨੁੱਖ ਆਪ ਕਰਦਾ, ਪਰ ਦੋਸ਼ ਕਿਸੇ ਨੂੰ ਦਿੰਦਾ। ਕਹਿੰਦੇ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਔਰ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ, ਉਹ ਜਨਮਾਂ ਜਨਮਾਂਤਰਾਂ ਦੇ ਚੱਕਰਾਂ ਵਿੱਚ ਘੁੰਮਦਾ, ਅਨੇਕਾਂ ਜੂਨਾਂ ਵਿੱਚ ਭਟਕਦਾ। ਔਰ ਭਟਕਣ ਤੋਂ ਉਪਰੰਤ ਜਿੰਨਾ ਚਿਰ ਮੁੜ ਕੇ ਦੁਬਾਰਾ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਨਹੀਂ ਕਰਦਾ, ਉਨਾ ਚਿਰ ਜਮ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੇ ਦਾ ਧਾਰਨੀ ਬਣਿਆ ਰਹਿੰਦਾ। ਤੀਸਰਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ। ਹੇ ਮਾਲਕ, ਮੇਰੇ ਵਿੱਚ ਤਾਲ ਨਹੀਂ, ਮੇਰੇ ਵਿੱਚ ਮਾਣ ਨਹੀਂ, ਮੇਰੇ ਵਿੱਚ ਬਲ ਨਹੀਂ ਕਿ ਮੈਂ ਤੁਹਾਡਾ ਨਾਮ ਜਪ ਸਕਾਂ, ਬਾਣੀ ਪੜ੍ਹ ਨਾ ਸਕਾਂ। ਬਸ ਮੈਂ ਸਾਰੇ ਆਸਰੇ ਛੱਡ ਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। और पुकार्या कर अब हम चली ठाकर पे हार, जब हम शरण प्रभु की आई राख प्रभु भावें मार। लोगन की चतुराई उपमा ते वह संतर जार, कोई भला कहो भावें बुरा कहो हम तन दियो है ढार। जो आबद शरण ठाकर प्रभ तुमरी तिस लाखो कृपा धार,
ਜਨ ਨਾਨਕ ਸ਼ਰਨ ਤੁਮਾਰੀ ਹਰ ਜਿਉ ਰਾਖੋ ਲਾਜ ਮੁਰਾਰ। ਜੇ ਤੂੰ ਇਹ ਅਰਦਾਸ ਕਰੇਗਾ ਪਾਤਸ਼ਾਹ ਮੇਰੀ ਲਾਜਪਤ ਰੱਖੋ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਫਿਰ ਗੁਰੂ ਦਾ ਬਿਰਦ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਬਿਰਦ ਸੁਆਮੀ ਸੰਦਾ। ਔਰ ਅਖੀਰ ਵਿੱਚ ਸਤਿਗੁਰਾਂ ਨੇ ਇੱਕ ਪ੍ਰੇਰਨਾ ਚੋਂ ਪੰਜਵੀਂ ਦਿੱਤੀ ਹੈ ਕਿ ਜੋ ਜੁੜੇ ਹੋਏ ਆ ਪਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਦੀ ਸੰਗਤ ਕਰਿਆ ਕਰ, ਮਾੜੀ ਸੰਗਤ ਤੋਂ ਦੂਰ ਰਿਹਾ ਕਰ। ਔਰ ਜਿਹੜੇ ਪਰਮਾਤਮਾ ਤੋਂ ਆਪ ਟੁੱਟੇ ਹੋਏ ਆ ਉਹਨਾਂ ਟੁੱਟਿਆਂ ਹੋਇਆਂ ਦੀ ਸੰਗਤ ਤੋਂ ਦੂਰ ਰਹਿ। ਔਰ ਦੂਰ ਵੀ ਇੰਨਾ ਰਹਿ ਜੇ ਉੱਥੇ ਖੜਾ ਚੁਰਾਹੇ ਵਿੱਚ ਉਹ ਬੰਦਾ ਜਿਹੜਾ ਪਰਮਾਤਮਾ ਦਾ ਟੁੱਟਿਆ ਆ, ਜਿਹਨੂੰ ਸਾਖਤ ਕਹਿੰਦੇ ਆ, ਨਾਸਤਕ ਕਹਿੰਦੇ ਆ, ਉਹ ਤੋਂ ਕਹਿੰਦੇ ਉਸੇ ਵੇਲੇ ਜਦੋਂ ਤੂੰ ਦੇਖਦਾ ਤਾਂ ਦੂਜੇ ਪਾਸੇ ਨੂੰ ਮੁੜ ਜਾ। ਕਹਿੰਦੇ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ। ਕਾਰਨ ਕੀ ਆ ਪਾਤਸ਼ਾਹ? ਉਹ ਵੀ ਰੱਬ ਦਾ ਬੰਦਾ ਨਹੀਂ। ਕਹਿੰਦੇ ਝੂਠੇ ਕੀਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਸੰਗ ਛੁਟਕੀ ਰੇ। ਪਾਤਸ਼ਾਹ ਜੇ ਕੋਲ ਚਲਾ ਗਿਆ ਫੇਰ ਕੀ ਹੋਏਗਾ? ਤੇ ਸਤਿਗੁਰੂ ਕਹਿੰਦੇ ਜਿਉਂ ਕਾਜਰ ਭਰਮੰਦਰ ਰਾਖਿਓ ਜੋ ਪੈਸੇ ਕਾਲੂ ਖੀਰੇ। ਕਹਿੰਦੇ ਕਾਲਕ ਦਾ ਕੋਠਾ ਭੜਿਆ ਹੋਵੇ, ਜਿਹੜਾ ਉਹਦੇ ਵਿੱਚ ਪ੍ਰਵੇਸ਼ ਕਰੇਗਾ ਉਹ ਕਾਲਾ ਹੋ ਜਾਵੇਗਾ। ਜੇ ਉਹਦੀ ਸੰਗਤ ਕਰੇਗਾ ਤੇਰੇ ਉੱਤੇ ਵੀ ਉਹ ਮਾੜੇ ਸੰਸਕਾਰਾਂ ਦੇ ਦਾਗ ਲੱਗ ਜਾਣਗੇ। ਔਰ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਗਤ ਸੰਗ ਨਾ ਜੁੜਸੀ ਰੇ। ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪੱਗਾਂ ਹੇਠ ਰੋਲਸੀ ਰੇ। ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਪ੍ਰਭੂ ਦੇ ਨਾਮ ਦੀ ਆਰਾਧਨਾ ਕਰਦੇ ਆ, ਉਹਨਾਂ ਦੀ ਸੰਗਤ ਮੈਨੂੰ ਪ੍ਰਦਾਨ ਕਰੋ। ਔਰ ਜੋ ਸੰਗਤ ਆਉਂਦਾ ਸੰਗਤ ਕਰਦਾ ਉਹਦਾ ਲੋਕ ਅਤੇ ਪਰਲੋਕ ਸੌਰ ਜਾਂਦਾ। ਭਗਤ ਰਵਿਦਾਸ ਜੀ ਨੇ ਫਰਮਾਨ ਕੀਤਾ ਕਿ ਮੈਂ ਉਸ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਾਂ, ਤੇ ਨਾਲ ਹੀ ਉੱਤਰ ਦੇਣਾ ਕੀਤਾ। ਕਹਿੰਦੇ ਸਾਧ ਸੰਗਤ ਪਾਈ ਪਰਮ ਗਤੇ। ਕਹਿੰਦੇ ਸਾਧ ਸੰਗਤ ਜੋ ਕਰਦਾ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ। ਔਰ ਜਿਹੜਾ ਸੰਗਤ ਨਹੀਂ ਕਰਦਾ ਉਹ ਫਿਰ ਪਰਮਾਤਮਾ ਤੋਂ ਓਨਾ ਹੀ ਦੂਰ ਹੋ ਜਾਂਦਾ। ਇਸ ਕਰਕੇ ਪਤਾ ਨਹੀਂ ਫਿਰ ਕਦੋਂ ਸੇ ਦੇ ਆਵੇ। ਸੋ ਇਸ ਕਰਕੇ ਜੋ ਸਤਿਗੁਰਾਂ ਨੇ ਪੰਜ ਉਪਦੇਸ਼ ਦੇਣਾ ਕੀਤੇ ਆ, ਆਪਾਂ ਯਤਨ ਕਰੀਏ, ਗੁਰੂ ਚਰਨਾਂ 'ਚ ਅਰਦਾਸ ਕਰੀਏ ਸਤਿਗੁਰੂ ਸਾਡੇ ਹਿਰਦੇ ਵਿੱਚ ਇਹ ਉਪਦੇਸ਼ ਵਸ ਜਾਣ। ਅਸੀਂ ਵੀ ਗੁਰੂ ਉਪਦੇਸ਼ਾਂ ਦੇ ਧਾਰਨੀ ਬਣ ਕੇ ਆਪਣਾ ਲੋਕ ਸੁਖੀ ਪਰਲੋਕ ਸੁਹੇਲਾ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਆਖਰੀ ਪੰਕਤੀਆਂ ਨੂੰ ਦੁਹਰਾ ਕੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਆਪਾਂ ਖਿਮਾ ਮੰਗੀਏ। ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਹੈ ਜੀ? ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।